ਤੁਹਾਡੇ ਲਈ ਖੁਸ਼ੀ ਮਤਲਬ ਕਿਹੜੀ ਚੀਜ਼ 'ਚ ਅਹਿਮੀਅਤ ਰੱਖਦੀ ਹੈ? ਇੱਕ ਦੂਜੇ ਦੇ ਸਾਥ 'ਚ ਕਿ ਬਹੁਤ ਸਾਰਾ ਪੈਸਾ ਆਉਣ ਨਾਲ ਤੁਹਾਨੂੰ ਲੱਗਿਆ ਕਿ ਅਸੀਂ ਖੁਸ਼ ਹੋਏ ਹਾਂ? ਠੀਕ ਹੈ, ਪੈਨਸ਼ਨ ਵਧੀਆ ਬਹੁਤ, ਪਰ ਸਾਨੂੰ ਐ ਕਦੇ ਨਹੀਂ ਲੱਗਿਆ ਹੈ ਵੀ ਅਸੀਂ ਬਹੁਤ ਥੋੜੇ 'ਚ ਗੁਜ਼ਾਰਾ ਕਰ ਸਕਦੇ ਹਾਂ। ਵੀ ਜੇ ਸਾਨੂੰ 5000 ਵੀ ਮਿਲ ਜੇ ਤਾਂ ਅਸੀਂ 5 'ਚ ਵੀ ਗੁਜ਼ਾਰਾ ਕਰ ਸਕਦੇ ਹਾਂ, ਵੀ ਸਾਨੂੰ ਕੋਈ ਐ ਨਹੀਂ ਲੱਗਦਾ। ਕੁਆਲਿਟੀ ਫੂਡ ਘਰੇ ਵਧੀਆ ਮਿਲ ਜਾਂਦੀ ਹੈ, ਥੋੜ੍ਹੇ ਜਿਹੇ ਪੈਸਿਆਂ 'ਚ ਬਣ ਜਾਂਦੀ ਹੈ। ਆਪਾਂ ਉਹਨੂੰ ਵੇਸਟ ਕਿਉਂ ਕਰਦੇ ਹਾਂ? ਕਿਸੇ ਦੀ ਹੈਲਪ ਕਰੋ ਜੇ ਪੈਸੇ ਹੈ ਤਾਂ। ਤੁਸੀਂ ਇਸ ਉਮਰ 'ਚ ਵੀ ਤੰਦਰੁਸਤ ਹੋ ਨਾ, ਇਹ ਸਭ ਤੋਂ ਵੱਡੀ ਖੁਸ਼ੀ ਆ ਤੁਹਾਡੇ ਲਈ ਕਿ ਤੁਸੀਂ ਹਲੇ ਨਾ ਗਿੱਟੇ ਗੋਡਿਆਂ ਦੀ ਦਵਾਈ ਖਾ ਰਹੇ ਹੋ, ਨਾ ਸਿਰ ਦੀਆਂ ਦਵਾਈਆਂ ਖਾ ਰਹੇ ਹੋ। ਅਤੇ ਅਗਲੀ ਜ਼ਿੰਦਗੀ ਲਈ ਕੀ ਸੋਚਦੇ ਹੋ ਕਿ ਹੁਣ ਜਿਵੇਂ ਅੰਕਲ ਨੇ ਕਿਹਾ ਕਿ ਫੰਡ ਤਾਂ ਇੰਨਾ ਕਿ ਲੋੜ ਨਹੀਂ ਸੋਚਣ ਦੀ ਹੈ ਨਾ, ਪਰ ਉੱਦਾਂ ਕਿਵੇਂ ਸੋਚਦੇ ਹੋ ਕਿ ਹੁਣ ਜੋ ਬਾਕੀ ਦੀ ਜ਼ਿੰਦਗੀ ਆਪਣੀ ਉਹ ਕਿਵੇਂ ਕੱਢਣੀ ਆ ਅਸੀਂ ਨੇ? ਮੇਰੀ ਬਕਟ ਲਿਸਟ ਦੇ ਵਿੱਚ ਤਾਂ ਘੁੰਮਣਾ ਹੀ ਹੈ। ਅੱਛਾ। ਵੀ ਦੁਨੀਆ ਦੇਖੋ, ਰਿਸ਼ਤੇ ਬਣਾਓ। ਬੇਸਿਕਲੀ ਸਾਡਾ ਇਹ ਫੇਥ ਹੈ ਵੀ ਜੇ ਸਾਰਿਆਂ ਨਾਲੋਂ ਵੱਡਾ ਵੀ ਜੇ ਕੋਈ ਸਮਾਜ ਦੀ ਸੇਵਾ ਕਰ ਸਕਦਾ ਹੈ ਉਹ ਸਭ ਤੋਂ ਉੱਚੀ ਸੇਵਾ ਹੈ। ਤੁਸੀਂ ਮਤਲਬ ਕਰਮਾਂ ਵਾਲੇ ਹੋ ਕਿ ਤੁਸੀਂ ਉਸ ਪੀੜ੍ਹੀ 'ਚ ਸੀ ਜਿੱਥੇ ਖੁਰਾਕਾਂ ਵੀ ਚੰਗੀਆਂ ਸੀ, ਰਿਸ਼ਤੇ ਵੀ ਚੰਗੇ ਸੀ, ਹੈ ਨਾ। ਅਤੇ ਅਸੀਂ ਸਾਰੀਆਂ ਚੀਜ਼ਾਂ ਨਾਲ ਜੂਝ ਰਹੇ ਹਾਂ, ਖੁਰਾਕਾਂ ਵੀ ਵਧੀਆ ਨਹੀਂ ਅਤੇ ਰਿਸ਼ਤੇ ਵੀ ਵਧੀਆ ਨਹੀਂ। ਜਿੰਨੀ ਸਾਦੀ ਜ਼ਿੰਦਗੀ 'ਚ ਤੁਸੀਂ ਰਹਿ ਸਕਦੇ ਹੋ ਰਹਿਣਾ ਚਾਹੀਦਾ। ਸਾਨੂੰ ਕਿਸੇ ਦਿਖਾਵੇ ਦਾ ਸ਼ਿਕਾਰ ਕਿਸੇ ਵੀ ਖੇਤਰ 'ਚ, ਮੈਰਿਜ ਨਹੀਂ, ਕਿਸੇ ਵੀ ਖੇਤਰ 'ਚ ਨਹੀਂ ਹੋਣਾ ਚਾਹੀਦਾ। ਫਾਰ ਐਗਜ਼ਾਮਪਲ ਮੈਂ ਕਾਰ ਨਹੀਂ ਰੱਖ ਸਕਦਾ, ਨਹੀਂ ਰੱਖਣੀ ਚਾਹੀਦੀ। ਸੱਚੀ ਮੈਂ ਬਹੁਤ ਘੱਟ ਵਿਆਹ ਤੁਹਾਡੀ ਕਮਿਊਨਿਟੀ 'ਚ ਇਹੋ ਜਿਹੇ ਸੁਣਿਆ ਕਿ ਜਿਹਦੇ 'ਚ ਲੈਣ ਦੇਣ ਨਹੀਂ ਹੋਇਆ, ਹੈ ਨਾ। ਵੀ ਜੇ ਡੌਰੀ ਤੋਂ ਬਿਨਾਂ ਮੈਰਿਜ ਕਿਸੇ ਦੀ ਹੁੰਦੀ ਹੈ ਤਾਂ ਵੀ ਉਹ ਪਰਿਵਾਰ ਦਾ ਸਟੇਟਸ ਨਹੀਂ ਹੈ, ਵੀ ਉਹ ਨੀਵੇਂ ਨੇਗੇ। ਜਿਵੇਂ ਮੈਂ ਸ਼ੁਰੂਆਤ 'ਚ ਗੱਲ ਕੀਤੀ ਸੀ ਨਾ ਵੀ ਜਦੋਂ ਤੁਹਾਡਾ ਵਿਆਹ ਹੋਇਆ ਉਦੋਂ ਤਾਂ 3-4 ਬੱਚਿਆਂ ਦਾ ਵੀ ਸੀਗਾ ਕਿ ਲੋਕ 4 ਬੱਚੇ ਵੀ ਪੈਦਾ ਕਰਦੇ ਸੀ, 3 ਵੀ ਕਰਦੇ ਸੀ, 2 ਤਾਂ ਚਲੋ ਹੁਣ ਦੇ ਸਮੇਂ 'ਚ ਵੀ ਆਪਾਂ ਜ਼ਰੂਰਤ ਸਮਝਦੇ ਹਾਂ ਕਿ 2 ਬੱਚੇ ਹਰ ਬੰਦੇ ਦੇ ਹੋਣੇ ਚਾਹੀਦੇ ਆ। ਅਤੇ ਤੁਸੀਂ ਇੱਕੋ ਬੱਚੇ ਨੂੰ ਅਹਿਮੀਅਤ ਦਿੱਤੀ, ਹੈ ਨਾ। ਇਹ ਫੈਸਲਾ ਤੁਹਾਡਾ ਦੋਵਾਂ ਦਾ ਸੀਗਾ ਜਾਂ ਫਿਰ ਮਤਲਬ ਕੁਛ ਕੁ ਚੀਜ਼ਾਂ ਇਹ ਹੁੰਦੀਆਂ ਨੇ ਕਿ ਕਈ ਵਾਰੀ ਵਾਈਫ ਚਾਹੁੰਦੀ ਹੁੰਦੀ ਹੈ ਇੱਕ ਬੱਚਾ ਹੋਰ ਹੋਵੇ, ਪਰ ਆਪਾਂ ਇਕਨੋਮਿਕਲ ਚੀਜ਼ਾਂ ਨੂੰ ਦੇਖਦੇ ਹੋਏ ਜਾਂ ਹੋਰ ਬਹੁਤ ਸਾਰੇ ਕਾਰਨ ਹੋ ਜਾਂਦੇ ਆ। ਤੁਹਾਡਾ ਕਾਰਨ ਜਾਂ ਤੁਹਾਡੀ ਸੋਚ ਕੀ ਸੀ ਇੱਕ ਬੱਚਾ ਰੱਖਣ ਦੀ? ਇਹ ਤਾਂ ਇਹ ਸੀਗਾ ਮੈਡਮ ਕਿ ਮੈਨੂੰ ਮੇਰਾ ਨਾ ਮਤਲਬ ਸੀ ਕਾਮਰੇਡ ਸਰਕਲ ਸੀਗਾ। ਮੇਰੇ ਇੱਕ ਦੋਸਤ ਹੋਰ ਸੀਗੇ ਜਿਨ੍ਹਾਂ ਤੋਂ ਮੈਂ ਉਹ ਵੀ ਕਾਮਰੇਡ ਸੀਗੇ, ਉਹਨਾਂ ਤੋਂ ਮੈਂ ਪ੍ਰਭਾਵਿਤ ਸੀਗਾ। ਉਹਨਾਂ ਦੇ ਵੀ ਇਹੀ ਵਿਚਾਰ ਸੀ ਵੀ ਉਹਨਾਂ ਦੇ 2 ਗੁੱਡੀਆਂ ਸੀਗੀਆਂ ਅਤੇ ਉਹ ਕਹਿੰਦੇ ਸੀ ਵੀ ਮੈਂ ਆਪਣੇ ਤਜਰਬੇ ਤੋਂ ਸਿੱਖਿਆ ਵੀ ਜੇ ਬੱਚਾ ਨਾ ਵੀ ਹੋਵੇ ਤਾਂ ਵਧੀਆ, ਤੁਸੀਂ ਸੁਸਾਇਟੀ ਦੇ ਵਿੱਚ ਕੁਛ ਕਰ ਸਕਦੇ ਹੋ ਅਤੇ ਆਪਦੀ ਜ਼ਿੰਦਗੀ ਵੀ ਵਧੀਆ ਜਿਉ ਸਕਦੇ ਹੋ। ਹੁਣ ਸੀਗਾ ਵੀ ਮੈਂ ਉਸ ਨੂੰ, ਆਪਾਂ ਕਿਸੇ ਤੋਂ ਗੱਲ ਸੁਣਦੇ ਹਾਂ ਤਾਂ ਉਸ ਦੇ ਉੱਤੇ ਵਿਸ਼ਲੇਸ਼ਣ ਕਰਦੇ ਹਾਂ ਵੀ ਮੈਂ ਇਹਨੂੰ ਆਪ 'ਤੇ ਲਾਗੂ ਕਰ ਸਕਦਾ ਕਿ ਨਹੀਂ ਲਾਗੂ ਕਰ ਸਕਦਾ। ਤਾਂ ਮੇਰੇ ਮਨ ਦੇ ਵਿੱਚ ਆਇਆ ਵੀ ਇੱਕ ਬੱਚਾ ਜੇ ਆਪਦੇ ਹੋਵੇ ਅਤੇ ਉਹ ਕੋਈ ਵੀ ਹੋਵੇ, ਉਸ ਨੂੰ ਤੁਸੀਂ ਪਾਲਣ ਪੋਸ਼ਣ ਚੰਗਾ ਕਰ ਲਓ ਤਾਂ ਠੀਕ ਹੈ। ਇਹਨਾਂ ਨਾਲ ਮੈਂ ਕੋਈ ਬਾਹਲੀ ਇਸ ਇਸ਼ੂ 'ਤੇ ਜ਼ਿਆਦਾ ਗੱਲ ਨਹੀਂ ਕੀਤੀ ਪਹਿਲਾਂ। ਸਾਡੇ ਇੱਕ ਬੱਚਾ ਹੋ ਗਿਆ ਤਾਂ ਉਹ ਮੈਨੂੰ ਮਹਿਸੂਸ ਹੋਇਆ, ਇਹਨਾਂ ਨੂੰ ਵੀ ਹੋਇਆ ਹੋਊਗਾ ਜਾਂ ਮੈਂ ਇਹਨਾਂ ਨਾਲ ਕੱਲ ਕਰ ਸਕਦਾ ਸੀ ਵੀ ਉਹ ਸਾਡਾ ਟਾਈਮ ਬਹੁਤ ਲੈਂਦਾ ਸੀਗਾ। ਉਸ ਨੂੰ ਸੁਬਾਹ ਤਿਆਰ ਕਰਨਾ, ਪਹਿਲਾਂ ਛੋਟਾ ਸੀਗਾ ਤਾਂ ਅਸੀਂ ਸੁਬਾਹ ਜੋਬ 'ਤੇ ਜਾਣਾ, ਉਹਨੇ ਰਾਤ ਨੂੰ ਨਾ ਸੌਣਾ। ਤਾਂ ਇਹਨਾਂ ਦੀ ਟੈਂਪਰੇਰੀ ਜੋਬ ਹੁੰਦੀ, ਬਹੁਤ ਕਾਫੀ ਦੂਰ ਸਕੂਲ ਸੀਗਾ, ਤਾਂ ਸਮੱਸਿਆਵਾਂ ਬਹੁਤ ਆਉਂਦੀਆਂ ਸੀਗੀਆਂ। ਤਾਂ ਜਦੋਂ ਹੌਲੀ ਹੌਲੀ ਵੱਡਾ ਵੀ ਹੁੰਦਾ ਗਿਆ, ਮੰਨ ਲਓ 4 ਸਾਲ ਦਾ 5 ਸਾਲ ਦਾ, ਤਾਂ ਸਮੱਸਿਆਵਾਂ ਤੋਂ ਫਿਰ ਅਸੀਂ ਡਿਸਕਸ ਕਰਦੇ ਸੀ ਵੀ ਇੱਕ ਬੱਚੇ ਨੂੰ ਪਾਲਣ ਲਈ ਆਪਾਂ ਨੂੰ ਕਿੰਨਾ ਪੇਨ ਲੈਣਾ ਪੈਂਦਾ। ਦੂਜੀ ਗੱਲ ਫਿਰ ਮੇਰੇ ਤਾਂ ਨਹੀਂ ਕਿ ਪ੍ਰੈਕਟੀਕਲੀ ਉਹ ਵੀ ਆਉਂਦੀ ਹੈ ਵੀ ਸਾਡਾ ਫਾਦਰ ਸੀ, ਉਹਦੀ ਡੈਥ ਹੋ ਗਈ, ਜੇ ਇੱਕ ਬੱਚਾ ਹੁੰਦਾ ਜਾਂ ਨਾ ਹੁੰਦਾ ਤਾਂ ਮੇਰੇ ਮਨ 'ਚ ਹੁੰਦਾ ਵੀ ਜੇ ਇੱਕ ਵੀ ਬੱਚਾ ਨਾ ਹੁੰਦਾ, ਮਦਰ ਦੀ ਵਧੀਆ, ਉਹਨਾਂ ਦੀ ਲੁੱਕ ਹੋਰ ਸਾਰੀ ਬਹੁਤ ਵਧੀਆ ਸੀ। 20-30 ਸਾਲ 'ਚ ਤਾਂ ਉਹਨਾਂ ਦੀ ਮੈਰਿਜ ਬਹੁਤ ਵਧੀਆ ਹੋ ਜਾਂਦੀ
ਜਾਂ ਬਹੁਤ ਸੌਖੀ ਲਾਈਫ ਕੱਟ ਲੈਂਦੇ, ਕਿਤੇ 3 ਬੱਚਿਆਂ ਦੇ ਖਾਣੇ ਦਾ ਪ੍ਰਬੰਧ ਕਰਦੇ। ਜੇ ਇੱਕ ਹੁੰਦਾ ਤਾਂ ਹੋਰ ਥੋੜ੍ਹਾ ਜਿਹਾ ਕੰਪੈਰੀਟਿਵਲੀ ਕਿਵੇਂ ਬਣਦਾ। 3 ਬੱਚਿਆਂ ਲਈ ਤਾਂ ਉਹਨਾਂ ਨੂੰ ਪਾਲਣਾ, ਕਿਸੇ ਕਦੇ ਨਾਨਕੇ ਲੈ ਕੇ ਜਾਂਦੇ ਸਾਨੂੰ, ਕਦੇ ਦਾਦਕੇ ਮੈਂ ਰਹਿੰਦਾ ਸੀਗਾ। ਮਤਲਬ ਵੀ ਉਹ ਵੀ ਮੇਰੇ ਮਨ ਦੇ ਵਿੱਚ ਸੀਗਾ ਵੀ ਕੀ ਪਤਾ ਕਿਹਨੂੰ ਕਦੋਂ ਕੈਜੂਅਲਟੀ ਹੋ ਜਾਣੀ ਹੈ, ਵੀ ਜ਼ਿਆਦਾ ਬੱਚਿਆਂ ਨੂੰ ਜਨਮ ਪਰਿਵਾਰ 'ਚ ਨਾ ਦਿੱਤਾ ਜਾਵੇ ਤਾਂ ਠੀਕ ਹੈ। ਪੋਪੂਲੇਸ਼ਨ ਵਾਲੀ ਗੱਲ ਵੀ ਮੇਰੇ ਮਨ 'ਚ ਹੈ ਵੀ ਜਿਹੜੇ ਨੈਚੁਰਲ ਰਿਸੋਰਸਿਸ ਹੈ ਉਹਨਾਂ 'ਤੇ ਪ੍ਰੈਸ਼ਰ ਨੂੰ ਘਟਾਉਣ ਲਈ ਹਰ ਜਿਹੜਾ ਉਹ ਦੇਸ਼ ਮੁਲਕ ਖੁਸ਼ ਹੋ ਸਕਦਾ ਹੈ ਜਿਹਦੀ ਵਸੋਂ ਘੱਟ ਹੈ। ਇਹ ਮੇਰੇ ਆਪ ਦੇ ਵਿਚਾਰ ਹੈ, ਮੈਨੂੰ ਨਹੀਂ ਪਤਾ ਵੀ ਇਹ ਠੀਕ ਹੈ ਗਲਤ। ਤੇ ਇਹਨਾਂ ਨੇ ਫਿਰ ਮੰਨ ਲਿਆ ਕਿ ਆਂਟੀ ਤੁਸੀਂ ਚਾਹੁੰਦੇ ਸੀਗੇ? ਨਹੀਂ, ਮੈਂ ਤਾਂ ਮਤਲਬ ਮੈਨੂੰ ਥੋੜ੍ਹਾ ਜਿਹਾ ਤਾਂ ਮਤਲਬ ਐ ਸੀ ਵੀ ਜਿਵੇਂ ਚਲੋ ਜੇ ਹੋ ਜੇ ਬੱਚਾ ਸੈਕੰਡ ਬੇਬੀ ਤਾਂ ਕੋਈ ਖਾਸ ਗੱਲ ਨਹੀਂ, ਪਰ ਜ਼ਿਆਦਾ ਮਤਲਬ ਐ ਨਹੀਂ ਹੈ। ਚਲੋ ਜਦੋਂ ਇਹਨਾਂ ਨੂੰ ਐ ਸੀਗਾ ਨਾ ਵੀ ਕਹਿੰਦੇ ਜੇ ਤੈਨੂੰ ਐ ਹੈਗਾ ਤਾਂ ਵੀ ਇਹਨਾਂ ਨੂੰ ਹੈ ਹੀ ਪੂਰਾ ਐ ਸੀ ਵੀ ਇੱਕੋ ਹੀ, ਚਾਹੇ ਮੇਲ ਬੇਬੀ ਹੈ ਚਾਹੇ ਫੀਮੇਲ ਬੇਬੀ ਹੈ, ਵੀ ਇੱਕੋ ਹੀ ਬੱਚੇ ਨੂੰ ਮੈਂ ਬਹੁਤਾ, ਮੈਨੂੰ ਵੀ ਐ ਜ਼ਿਆਦਾ ਨਹੀਂ ਸੀ ਪਰ ਇੰਨਾ ਜ਼ਿਆਦਾ ਨਹੀਂ ਸੀ ਇੱਕ ਤੇ ਵੀ ਇੱਕੋ ਹੀ ਚਾਹੀਦਾ। ਫਿਰ ਬਹੁਤਾ ਸਾਡਾ ਕੋਈ ਮਤਲਬ ਇਸ ਤੇ ਮਤਲਬ ਕੋਈ ਨਹੀਂ ਹੋਇਆ ਵੀ। ਮੈਂ ਅਗਲੀ ਗੱਲ ਇਹੀ ਪੁੱਛਣਾ ਚਾਹੁੰਦੀ ਸੀ ਵੀ ਕਈ ਵਾਰੀ ਹੁੰਦਾ ਜੇ ਉਹੀ ਮਤਲਬ ਕੁੜੀ ਹੁੰਦੀ ਹੈ ਨਾ ਤਾਂ ਫਿਰ ਵੀ ਕੀ ਆਪਣਾ ਫੈਸਲਾ ਇਹੀ ਹੁੰਦਾ? ਇਹੀ ਸੀ ਇਹਨਾਂ ਦਾ ਫੈਸਲਾ ਪੱਕਾ ਹੀ। ਇਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਮੇਲ ਹੋਵੇ ਫੀਮੇਲ ਹੋਵੇ, ਮੈਨੂੰ ਮੇਲ ਫੀਮੇਲ ਦਾ ਨਹੀਂ, ਵੀ ਬਸ ਬੱਚੇ ਦਾ ਵੀ ਇੱਕੋ ਹੀ ਬੱਚਾ ਚਾਹੀਦਾ। ਜਦੋਂ ਤੁਹਾਡਾ ਵਿਆਹ ਹੋਇਆ ਉਦੋਂ ਜਿਵੇਂ ਤੁਸੀਂ ਕਿਹਾ ਵੀ ਘਰ ਵੀ ਬਹੁਤ ਛੋਟਾ ਸੀ, ਤੁਸੀਂ ਟੈਂਪਰੇਰੀ ਜੌਬ ਤੇ ਸੀਗੇ ਹੈ ਨਾ, ਤਾਂ ਆਰਥਿਕ ਹਾਲਾਤ ਵੀ ਬਹੁਤ ਜ਼ਿਆਦਾ ਸਹੀ ਨਹੀਂ ਹੁੰਦੇ ਉਹਨਾਂ ਹਾਲਾਤਾਂ ਦੇ ਵਿੱਚ। ਤਾਂ ਆਪਾਂ ਕਈ ਵਾਰੀ ਚੀਜ਼ਾਂ ਨੂੰ ਮਤਲਬ ਪੋਸਟਪੋਨ ਕਰਦੇ ਰਹਿੰਦੇ ਆ ਵੀ ਹਲੇ ਆਪਾਂ ਸੈਟਲ ਨਹੀਂ ਹੈਗੇ, ਆਪਾਂ ਫਿਰ ਘੁੰਮਾਂਗੇ, ਆਪਾਂ ਆਹ ਚੀਜ਼ਾਂ ਨੇ ਜ਼ਿੰਦਗੀ ਦੀਆਂ ਜਿਹੜੀਆਂ ਉਹ ਫਿਰ ਮਾਣਾਂਗੇ ਜਦੋਂ ਆਪਾਂ ਸੈਟਲ ਹੋ ਗਏ ਹੈ ਨਾ। ਅਤੇ ਸੈਟਲ ਹੋਣਾ ਸਾਨੂੰ ਇਹੀ ਲੱਗਦਾ ਹੁੰਦਾ ਵੀ ਜਦੋਂ ਸਾਡੇ ਕੋਲ ਬਹੁਤ ਸਾਰਾ ਪੈਸਾ ਆ ਗਿਆ। ਅਤੇ ਤੁਹਾਨੂੰ ਇਹ ਸੋਚ ਕਿਵੇਂ ਲੱਗਦੀ ਹੈ? ਤੁਸੀਂ ਉਦੋਂ ਵੀ ਜ਼ਿੰਦਗੀ ਨੂੰ ਐਂ ਮਾਣਦੇ ਸੀ ਕਿ ਹੁਣ ਜਿਵੇਂ ਤੁਸੀਂ ਇੰਨੇ ਵੱਡੇ ਘਰ 'ਚ ਬੈਠੇ ਹੋ ਜਿੱਥੇ ਬੇਟਾ ਡਾਕਟਰ ਹੈ, ਨੂੰਹ ਵੀ ਇੰਨੇ ਵੱਡੇ ਅਹੁਦੇ 'ਤੇ ਆ ਹੈ ਨਾ, ਅਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਜ਼ਿਆਦਾ ਮਾਣ ਰਹੇ ਹੋ? ਤੁਹਾਡੇ ਲਈ ਖੁਸ਼ੀ ਮਤਲਬ ਕਿਹੜੀ ਚੀਜ਼ 'ਚ ਅਹਿਮੀਅਤ ਰੱਖਦੀ ਹੈ? ਇੱਕ ਦੂਜੇ ਦੇ ਸਾਥ 'ਚ ਕਿ ਬਹੁਤ ਸਾਰਾ ਪੈਸਾ ਆਉਣ ਨਾਲ ਤੁਹਾਨੂੰ ਲੱਗਿਆ ਕਿ ਅਸੀਂ ਖੁਸ਼ ਹੋਏ ਹਾਂ? ਨਹੀਂ, ਪੈਸੇ ਦਾ ਤਾਂ ਮਤਲਬ ਕੋਈ ਸਾਨੂੰ ਖੁਸ਼ੀ ਨਾਲ ਕੋਈ ਆਪਾਂ ਉਹ ਨਹੀਂ ਕਰ ਸਕਦੇ ਵੀ ਕੰਪੈਰੀਜ਼ਨ ਨਹੀਂ ਕਰ ਸਕਦੇ। ਉਦੋਂ ਵੀ ਅਸੀਂ ਆਏ ਸੀਗਾ ਵੀ ਕੋਈ ਆਪਦਾ ਡਿਲੇ ਨਹੀਂ ਕੀਤਾ। ਜਿੱਥੇ ਸਾਨੂੰ ਜਿਵੇਂ ਲੱਗਦਾ ਸੀ ਵੀ ਕਿਤੇ ਜਾਣਾ ਹੈ ਜਾਂ ਕੋਈ ਪ੍ਰੋਜੈਕਟ ਹੈ ਤਾਂ ਉਹ ਅਸੀਂ ਉਵੇਂ ਹੀ ਮਤਲਬ ਕਰਦੇ ਸੀ। ਅਤੇ ਹੁਣ ਵੀ ਸਾਨੂੰ ਇਹ ਨਹੀਂ ਹੈ ਕੋਈ ਵੀ ਜੇ ਹੁਣ ਜ਼ਿਆਦਾ ਪੈਸਾ ਆਪਾਂ ਨੂੰ ਵੱਧ ਖੁਸ਼ੀ ਦੇ ਸਕਦਾ, ਉਹ ਤਾਂ ਆਪਾਂ ਨੂੰ ਜਿਹੜੇ ਰਿਲੇਸ਼ਨਸ ਨੇ ਵੀ ਭਾਵੇਂ ਸਾਨੂੰ ਹੁਣ ਵੀ ਅਸੀਂ ਅਕਸਰ ਹੀ ਡਿਸਕਸ ਕਰ ਲੈਂਦੇ ਹਾਂ ਵੀ ਸਾਡਾ ਮੇਰੀ ਵੀ ਨੇਚਰ ਇਹੀ ਹੈ, ਸਾਡੀ ਦੋਨਾਂ ਦੀ ਨੇਚਰ ਹੀ ਇਹ ਹੈ ਵੀ ਬਹੁਤ ਥੋੜ੍ਹੀਆਂ ਲੋੜਾਂ ਮਤਲਬ ਦੋਨਾਂ ਦੀਆਂ, ਵੀ ਬਹੁਤ ਘੱਟ 'ਚ ਵੀ ਅਸੀਂ ਮਤਲਬ ਹੁਣ ਪੇ ਠੀਕ ਹੈ, ਪੈਨਸ਼ਨ ਵਧੀਆ ਬਹੁਤ, ਪਰ ਸਾਨੂੰ ਐਂ ਕਦੇ ਨਹੀਂ ਲੱਗਿਆ ਹੈ ਵੀ ਅਸੀਂ ਬਹੁਤ ਥੋੜ੍ਹੇ 'ਚ ਗੁਜ਼ਾਰਾ ਕਰ ਸਕਦੇ ਹਾਂ। ਵੀ ਜੇ ਸਾਨੂੰ 5000 ਵੀ ਮਿਲ ਜੇ ਤਾਂ ਅਸੀਂ 5 'ਚ ਵੀ ਗੁਜ਼ਾਰਾ ਕਰ ਸਕਦੇ ਹਾਂ, ਵੀ ਸਾਨੂੰ ਕੋਈ ਐਂ ਨਹੀਂ ਲੱਗਦਾ ਵੀ ਉਹਦੇ 'ਚ ਵੀ ਅਸੀਂ ਪੂਰਾ ਖੁਸ਼ ਰਹਿ ਸਕਦੇ ਹਾਂ ਜੀ। ਹਾਂਜੀ ਅੰਕਲ, ਜਿਵੇਂ ਤੁਸੀਂ ਕਿਹਾ ਵੀ ਤੁਸੀਂ ਥੋੜ੍ਹਾ ਜਿਹਾ ਨਾ ਯੂਰਪੀਅਨ ਕੰਟਰੀਜ਼ ਦੇ ਕਲਚਰ ਨੂੰ ਤੁਸੀਂ ਪਸੰਦ ਕਰਦੇ ਹੋ। ਜਿਵੇਂ ਕੱਲ੍ਹ ਅਸੀਂ ਇੱਕ ਜੋੜੇ ਨੂੰ ਮਿਲੇ ਤਾਂ ਉਹਨਾਂ ਦੇ ਜਿਹੜੇ ਮਦਰ ਸੀਗੇ ਉਹ ਵੀ ਉਹਨਾਂ ਤੋਂ ਅਲੱਗ ਰਹਿੰਦੇ ਸੀ ਕਿਉਂਕਿ ਉਹਨਾਂ ਦੇ ਮਦਰ ਦੀ ਉਸ ਚੀਜ਼ 'ਚ ਖੁਸ਼ੀ ਸੀਗੀ ਹੈ ਨਾ ਕਿ ਮੈਂ ਅਲੱਗ ਰਵਾਂ, ਮੈਂ ਤੁਹਾਡੀ ਜ਼ਿੰਦਗੀ 'ਚ ਮਤਲਬ ਬਹੁਤ ਹੀ ਜ਼ਿਆਦਾ, ਜਿਵੇਂ ਕਈ ਪੇਰੈਂਟਸ ਬਹੁਤ ਜ਼ਿਆਦਾ ਬਰੋਡ ਮਾਈਂਡਡ ਹੁੰਦੇ ਆ ਕਿ ਮੈਂ ਡਿਸਟਰਬੈਂਸ ਨਹੀਂ ਚਾਹੁੰਦੀ ਤੁਹਾਡੀ ਜ਼ਿੰਦਗੀ 'ਚ, ਅਤੇ ਉਹਨਾਂ ਦੇ ਬੱਚੇ ਵੀ ਫੋਰਨ ਰਹਿੰਦੇ ਸੀਗੇ। ਤਾਂ ਜਦੋਂ ਅਸੀਂ ਉਹਨਾਂ ਨੂੰ ਇਹ ਸਵਾਲ ਕਈ ਵਾਰੀ ਕਰਦੇ ਹਾਂ ਤਾਂ ਉਹ ਕਹਿਣਗੇ ਵੀ ਅਸੀਂ ਅਸਲ 'ਚ ਜ਼ਿੰਦਗੀ ਨੂੰ ਆਪਣੀ ਸਮਝਦੇ ਹਾਂ, ਅਸੀਂ ਇਹ ਨਹੀਂ ਸਮਝਦੇ ਕਿ ਇਹ ਸਾਡੇ ਮਾਂ ਪਿਓ ਲਈ ਆ ਜਾਂ ਸਾਡੇ ਬੱਚਿਆਂ ਲਈ ਆ ਨਾ। ਸਾਨੂੰ ਸੈਪਰੇਟ ਰਹਿਣਾ ਬਹੁਤ ਜ਼ਿਆਦਾ ਪਸੰਦ ਆ ਕਿਉਂਕਿ ਉਹਨਾਂ ਦਾ ਰੀਜ਼ਨ ਵੀ ਇਹੀ ਹੈ ਕਿ ਉਹ ਕਹਿੰਦੇ ਨੇ ਅਸੀਂ ਇਕਨੋਮਿਕਲੀ ਸੈਟਲਡ ਹਾਂ ਤਾਂ ਅਸੀਂ ਕਿਸੇ 'ਤੇ ਡਿਪੈਂਡ ਨਹੀਂ ਹੈਗੇ। ਤੁਸੀਂ ਉਸ ਕਲਚਰ ਨੂੰ ਪਸੰਦ ਕਰਦੇ ਹੋ ਨਾ, ਮਤਲਬ ਤੁਸੀਂ ਵੀ ਇਸ ਚੀਜ਼ ਨੂੰ ਅਹਿਮੀਅਤ ਦਿੰਦੇ ਹੋ ਕਿ ਜੇ ਤੁਸੀਂ ਇਕਨੋਮਿਕਲੀ ਸੈਟਲ ਹੋ ਤਾਂ ਤੁਸੀਂ ਬੱਚਿਆਂ ਤੋਂ ਬਿਨਾਂ ਵੀ ਖੁਸ਼ ਰਹਿ ਸਕਦੇ ਹੋ, ਆਪਸੀ ਸਾਥ ਨਾਲ ਵੀ ਤੁਸੀਂ ਖੁਸ਼ ਰਹਿ ਸਕਦੇ ਹੋ, ਕਿ ਤੁਹਾਨੂੰ ਇਹ ਹੈ ਕਿ ਜਿਵੇਂ ਤੁਸੀਂ ਇੱਥੇ ਪਟਿਆਲੇ ਆਉਂਦੇ ਹੋ ਤਾਂ ਅਸੀਂ ਆਪਣੇ ਬੇਟੇ ਨਾਲ, ਗਾਂ ਤੁਹਾਡਾ ਇੱਕ ਪੋਤਰਾ ਵੀ ਆ ਹੈ ਨਾ, ਵੀ ਉਹਦੇ ਨਾਲ ਰਹਿਣ 'ਚ ਤੁਹਾਨੂੰ ਜ਼ਿਆਦਾ ਖੁਸ਼ੀ ਮਿਲਦੀ ਆ? ਇਹ ਐਕਚੁਅਲੀ ਨਾ ਇੱਥੇ ਸਾਡਾ ਥੋੜ੍ਹਾ ਜਿਹਾ ਫਰਕ ਹੈ ਦੋਹਾਂ ਦਾ। ਹਾਂਜੀ। ਉਹ ਫਰਕ ਐਂ ਤਾਂ ਨਹੀਂ ਵੀ ਸਾਡੇ ਵਿੱਚ ਵੀ ਕੋਈ ਲੜਾਈ ਬਣਦਾ ਹੈ ਜਾਂ ਗੁੱਸਾ ਹੁੰਦਾ, ਉਹ ਤਾਂ ਸਾਡਾ ਸੁਭਾਅ ਹੀ ਇਹੋ ਜਿਹਾ ਵੀ ਮੇਰੀ ਖੁਸ਼ੀ ਇਹਨਾਂ ਦੀ ਜੇ ਖੁਸ਼ ਹੈ ਤਾਂ ਮੈਂ ਖੁਸ਼ ਹਾਂ। ਹਾਂਜੀ।
ਤਾਂ ਬੇਸਿਕਲੀ ਜਿਵੇਂ ਮੈਂ ਤੁਹਾਨੂੰ ਤੁਸੀਂ ਗੱਲ ਕੀਤੀ ਹੈ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਮੰਨ ਲਓ ਵੀ ਮੈਨੂੰ ਉਹ ਠੀਕ ਲੱਗਦੀ ਹੈ, ਮੈਂ ਉਵੇਂ ਰਹਿਣਾ ਪਸੰਦ ਕਰਦਾ। ਅੱਛਾ ਜੀ। ਇਹਦੇ ਵਿੱਚ ਗੱਲਾਂ ਦੋ ਆ ਗਈਆਂ ਹੁਣ ਆ ਕੇ, ਵੀ ਥੋੜ੍ਹਾ ਜਿਹਾ ਫਰਕ ਕਿੱਥੇ ਪੈ ਜਾਂਦਾ ਮੇਰੇ ਵਿਚਾਰਾਂ 'ਚ। ਜੇ ਮੈਂ ਇਹਨਾਂ ਨਾਲ ਥੋੜ੍ਹੇ ਵੱਧ ਐਗਰੀ ਕਿਉਂ ਕਰਦਾ, ਇਹਨਾਂ ਦਾ ਰਹਿਣਾ ਸਰਟਨਲੀ ਇਹਨਾਂ ਨੂੰ, ਜਿਵੇਂ ਇੱਕ ਔਰਤ ਨੂੰ ਹੁੰਦਾ ਵੀ ਮੈਂ ਆਪਦੇ ਪੋਤੇ ਦੀ ਇੰਨਾ ਰਾਹਾਂ ਪਿਆਰ ਕਰਾਂ, ਘੁਲਾਂ, ਇਹ ਉਹਨਾਂ ਦੀ ਹੈਲਪ ਕਰ ਸਕਦੇ ਹੈ। ਇਕੱਲੇ ਸਰਵੈਂਟਸ 'ਤੇ ਕਿਉਂ ਨਿਰਭਰ ਕਰੀਏ, ਜਾਂ ਆਪਣੇ ਹੱਥੀਂ ਉਹਨਾਂ ਨੂੰ ਚੀਜ਼ਾਂ ਬਣਾ ਕੇ ਦੇ ਸਕਦਾ, ਕਿਉਂਕਿ ਬੇਸਿਕਲੀ ਕੰਮ 'ਚੋਂ ਆਇਆ ਉਹ ਨਹੀਂ ਸੁਭਾਅ ਨੇਚਰ ਨਹੀਂ ਬਦਲ ਸਕਦੀ। ਹਾਂ, ਮਤਲਬ ਭਾਵੇਂ ਸਰਵੈਂਟ ਵੀ ਹੋਵੇ ਤਾਂ ਕੰਮ ਇਹ ਮਤਲਬ ਇਹਨਾਂ ਨੂੰ ਹੁੰਦਾ ਵੀ ਮੈਂ ਕੁਛ ਨਾ ਕੁਛ ਜ਼ਰੂਰ ਕਰਾਂ, ਤਾਂ ਕਰਦੇ ਆ। ਉੱਥੇ ਉਨਾ ਕੰਮ ਨਹੀਂ ਹੁੰਦਾ ਗਾ, ਸਾਡੇ ਕੋਲ ਤਾਂ ਕੰਮ ਕੋਈ ਹੁੰਦਾ ਨਹੀਂ ਗਾ, ਕਿਉਂਕਿ ਦੋ ਹੀ ਜਣੇ ਆ, ਕੋਈ ਸਰਵੈਂਟ ਕਰ ਜਾਂਦਾ, ਕੋਈ ਸਾਡੇ ਉੱਥੇ ਇਹੋ ਜਿਹੇ ਲਿੰਕ ਹੈਗੇ ਆ, ਰਿਕਦੇ ਹੁੰਦੇ ਆ ਵੀ ਉਹ ਸਾਡੀ ਹੈਲਪ ਕਰ ਜਾਂਦੇ। ਤਾਂ ਮੈਂ ਤਾਂ ਜਿਹੜੀ ਏਜ ਹੈ ਉਹ ਇਹ ਮੇਰੀ ਏਜ ਥੋੜ੍ਹੀ ਜਿਹੀ ਇਹ ਰਿਕਮੈਂਡ ਕਰਦੀ ਹੈ ਵੀ ਕਿਸੇ ਟਾਈਮ 'ਤੇ ਜੇ ਕੋਈ ਕੈਜੂਅਲਟੀ ਹੋ ਜੇ ਅਚਾਨਕ, ਅਸੀਂ ਇਹ ਬੱਚਿਆਂ ਨਾਲ ਉਸ ਟਾਈਮ 'ਤੇ ਕੀ ਰਿਲੇਸ਼ਨ ਰੱਖਾਂਗੇ, ਉਹਨਾਂ ਦੀ ਅਸੈਸਮੈਂਟ ਪਹਿਲਾਂ ਹੋਵੇ ਤਾਂ ਠੀਕ ਹੈ। ਇੱਥੇ ਆ ਕੇ ਅਸੀਂ ਫਸਟ ਟਾਈਮ ਇਹਨਾਂ ਨਾਲ ਇੰਨਾ ਲੰਮਾ ਸਮਾਂ ਟਪਾਇਆ, ਹਾਂਜੀ, ਪਹਿਲੀ ਵਾਰੀ, ਵੀ ਕਿ ਉਹਦੇ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਆਈ ਵਿਸ਼ੇਸ਼, ਵੀ ਮਤਲਬ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਅਸੀਂ ਰਹਿ ਨਹੀਂ ਸਕਦੇ। ਪਰ ਜੇ ਸਾਨੂੰ ਕਹੀਏ ਵੀ ਮੇਰੀ ਆਪਸ਼ਨ ਤਾਂ ਇਹੀ ਹੋਊਗੀ ਵੀ ਜੇ ਤੁਸੀਂ ਇਕੱਲਾ ਰਹਿਣਾ ਤਾਂ ਤੁਸੀਂ ਇਕੱਲੇ ਰਹਿ ਸਕਦੇ ਹੋ। ਇਹਦੇ ਵਿੱਚ ਮੈਂ ਥੋੜ੍ਹੀ ਜਿਹੀ ਇੱਕ ਹੋਰ ਥੋੜ੍ਹਾ ਜਿਹਾ ਲਿਆਉਣਾ ਵਿੱਚ ਇੱਥੋਂ ਤੱਕ ਕਿ ਜਦੋਂ ਇਹ ਅਸੀਂ ਘਰ ਲੈਣਾ ਸੀ, ਸਾਡਾ ਪਹਿਲਾ ਘਰ ਫੇਜ਼ 2 'ਚ ਸੀਗਾ ਛੋਟਾ, ਤਾਂ ਜਦੋਂ ਅਸੀਂ ਕਿਹਾ ਵੀ ਕਦੇ ਸਾਨੂੰ ਉੱਥੇ ਆਉਣਾ ਪੈ ਸਕਦਾ ਬੇਟੇ ਆਪਾਂ ਵੱਡਾ ਘਰ ਲੈ ਲਈਏ, ਤਾਂ ਕਹਿੰਦੇ ਠੀਕ ਆ ਆਪਾਂ ਲੈ ਲੈਂਦੇ ਹਾਂ। ਤਾਂ ਮੈਂ ਉਹਦੇ ਵਿੱਚ ਇਹ ਦੱਸਿਆ ਸੀ ਫੇਜ਼ 2 ਦੇ ਵਿੱਚ 300 ਗਜ ਦੇ ਵਿੱਚ ਡਬਲ ਸਟੋਰੀ ਮਕਾਨ ਲੈਣਾ। ਡਬਲ ਸਟੋਰੀ ਦਾ ਮਤਲਬ ਸੀ ਕਿ ਮੈਂ ਇੰਡੀਪੈਂਡੈਂਟ ਰਹੂੰਗਾ, ਵੀ ਉੱਥੇ ਕਿਚਨ ਹੋਊਗੀ। ਮੈਂ ਤਾਂ ਇਹ ਐ ਨਹੀਂ ਕਿ ਕੋਈ ਰੱਟਾ ਹੈ ਵੀ ਮੈਂ ਉੱਥੇ ਰਹਿੰਦਾ ਹੋਇਆ ਤੁਹਾਨੂੰ ਡਿਸਟਰਬ ਨਾ ਕਰ ਸਕਾਂ, ਤੁਹਾਨੂੰ ਇਹ ਨਾ ਫੀਲ ਹੋਵੇ ਵੀ ਉਹ ਤਾਂ ਖੰਘੀ ਜਾਂਦੇ ਆ ਜਾਂ ਐਂ ਕਰ ਰਹੇ ਆ ਜਾਂ ਬਾਹਰ ਚਲੇ ਗਏ ਜਾਂ ਹੁਣ ਇਸ ਟਾਈਪ ਦਾ। ਪਰ ਹੋਇਆ ਕਿ ਬਾਈ ਚਾਂਸ ਇਹ ਘਰ ਸੇਲ 'ਤੇ ਲੱਗ ਗਿਆ। ਹਾਂਜੀ, ਇਹਨਾਂ ਨਾਲ ਉਹਨਾਂ ਦਾ ਆਉਣ ਜਾਣ ਸੀਗਾ, ਉਹ ਘਰ ਇੱਕ ਘਰ ਹੀ ਸੰਨ 'ਚ ਹੈ, ਦੋ ਘਰ ਆ ਸੰਧੂ, ਡਾਕਟਰ ਸੰਧੂ ਦੇ ਉਹਨਾਂ ਦੇ। ਉਹ ਕਹਿੰਦੇ ਵੀ ਪਾਪਾ ਸਾਨੂੰ ਇਹ ਮਕਾਨ ਮਿਲਦਾ ਪਰ ਸਿੰਗਲ ਸਟੋਰੀ ਹੈ ਅਤੇ ਸਾਨੂੰ ਇਹ ਬਹੁਤ ਵਧੀਆ ਲੱਗਦਾ। ਤਾਂ ਆਪਾਂ ਨੂੰ ਸਰਟਨਲੀ ਹੁੰਦਾ ਵੀ ਬੱਚਿਆਂ ਤਾਂ ਬੱਚਾ ਹੀ ਹੈ, ਤਾਂ ਆਪਾਂ ਉਹਦੀਆਂ ਖੁਆਇਸ਼ਾਂ ਨੂੰ, ਮੈਨੂੰ ਐਸੀ ਵੀ ਮੈਂ ਆਪਦੀਆਂ ਏਜ ਪਤਾ ਨਹੀਂ ਛੋਟੀ ਜਿਹੀ ਹੈਗੀ ਹੁਣ ਕੀ ਹੈ, ਅਤੇ ਮੈਂ ਉਹਨੂੰ ਐਵੇਂ ਫੇਜ਼ 2 'ਚ ਲੈ ਜਾਂ ਜਿੱਥੇ ਉਹ ਜਾਣਾ ਨਾ ਚਾਹੁੰਦਾ ਹੋਵੇ। ਤਾਂ ਮੈਂ ਕਿਹਾ ਬੇਟੇ ਜੇ ਤੁਹਾਨੂੰ ਠੀਕ ਹੈ ਤਾਂ ਤੁਸੀਂ ਲੈ ਲਓ। ਤਾਂ ਉਹਨਾਂ ਨੇ ਫਿਰ ਇੱਥੇ ਲੈ ਲਿਆ। ਇਸ ਘਰ ਦੀ ਜੇ ਤੁਸੀਂ ਹੁਣ ਬਣਤਰ ਦੇਖੋਗੇ ਤਾਂ ਉਹਨਾਂ ਦਾ ਇਹ ਬੈੱਡਰੂਮ ਹੈ, ਉਹਨਾਂ ਦਾ ਵਾਸ਼ਰੂਮ ਅੱਡ ਹੈ, ਵਿਚਾਲੇ ਲੌਬੀ ਆ ਗਈ, ਸਾਡਾ ਵਿਹੜਾ ਉੱਧਰਲਾ ਹੈ। ਹਾਂਜੀ, ਉੱਧਰ ਸਾਡਾ ਆਉਣ ਜਾਣ ਵੀ ਅਸੀਂ ਉੱਧਰ ਹੀ ਰੱਖਦੇ ਹਾਂ, ਉੱਧਰਲੇ ਲੋਕਾਂ ਨੂੰ ਅਸੀਂ ਵੱਧ ਜਾਣਦੇ ਹਾਂ। ਪਿੱਛੇ ਹੀ ਠੀਕ ਆ ਜਾਂਦਾ ਨਾ, ਉਹ ਪਿਛਲੇ ਪਾਸੇ ਮਾਰਕੀਟ ਵੀ ਹੈਗੀ ਹੈ। ਤਾਂ ਮਤਲਬ ਕੁਛ ਹੱਦ ਤੱਕ ਮੇਰੀ ਗੱਲ ਪੂਰੀ ਹੁੰਦੀ ਹੈ। ਮਤਲਬ ਮੈਂ ਉਹਨਾਂ ਨੂੰ, ਮੇਰੀ ਇੱਛਾ ਹੁੰਦੀ ਹੈ ਅਸੀਂ ਸ਼ਾਮ ਨੂੰ 1 ਘੰਟਾ ਡਾਈਨਿੰਗ ਟੇਬਲ 'ਤੇ ਬੈਠਦੇ ਹਾਂ। ਅਦਰਵਾਈਜ਼ ਉਹ ਕੀ ਕਰਦੇ ਹੈ ਉਹ ਮੈਨੂੰ ਨਹੀਂ ਪਤਾ। ਮੈਂ ਉਹਨਾਂ ਨੂੰ ਕਿਹਾ ਹੋਇਆ, ਮਤਲਬ ਫਾਰ ਐਗਜ਼ਾਮਪਲ ਕਿ ਉਹਨਾਂ ਨੇ ਹੋਟਲ 'ਤੇ ਜਾਂਦੇ ਸੀ ਪਹਿਲਾਂ, ਮੈਂ ਵੀ ਤੁਸੀਂ ਉਵੇਂ ਹੀ ਜਾਣਾ ਅਤੇ ਸਾਨੂੰ ਨਹੀਂ ਕਹਿਣਾ ਵੀ ਤੁਸੀਂ ਜਾਣਾ, ਮੈਨੂੰ ਨਹੀਂ ਕਹਿਣਾ ਘੱਟੋ ਘੱਟ, ਜੇ ਇਹਨਾਂ ਦਾ ਜੀਅ ਕਰਦਾ ਲੈ ਜਾਓ। ਉਹ 1-2 ਵਾਰੀ ਪਹਿਲਾਂ ਉਹਨਾਂ ਨੇ ਲੈ ਵੀ ਗਏ, ਪੋਤਾ ਕਹਿ ਕੇ ਲੈ ਗਿਆ। ਉਹਨੂੰ ਐਂ ਲੱਗਦਾ ਵੀ ਮੈਂ ਪਤਾ ਨਹੀਂ ਤਾਂ ਨਹੀਂ ਜਾਂਦਾ, ਮੇਰੀ ਹੈਲਥ ਕੌਨਸ਼ੀਅਸ ਹੈ ਮੈਨੂੰ ਐਕਚੁਅਲੀ ਉੱਥੇ ਕੁਝ ਚੰਗਾ ਨਹੀਂ ਲੱਗਦਾ, ਮਤਲਬ ਵੀ ਮੈਂ ਉੱਥੇ ਬੈਠ ਨਹੀਂ ਸਕਦਾ, ਹੋਟਲ 'ਚ ਬੈਠ ਨਹੀਂ ਸਕਦਾ, ਮੇਰੇ ਲਈ ਅਨਈਜੀ ਹੈ। ਉਹਦੇ ਬਹੁਤ ਸਾਰੇ ਫੈਕਟਰ ਹੈ, ਜਿਵੇਂ ਵੈਲਿਊ ਫਾਰ ਮਨੀ, ਕੁਆਲਿਟੀ ਫੂਡ ਘਰੇ ਵਧੀਆ ਮਿਲ ਜਾਂਦੀ ਹੈ, ਥੋੜ੍ਹੇ ਜਿਹੇ ਪੈਸਿਆਂ 'ਚ ਬਣ ਜਾਂਦੀ ਹੈ। ਆਪਾਂ ਉਹਨੂੰ ਵੇਸਟ ਕਿਉਂ ਕਰਦੇ ਹਾਂ, ਕਿਸੇ ਦੀ ਹੈਲਪ ਕਰੋ ਜੇ ਪੈਸੇ ਹੈ ਤਾਂ ਉਹ। ਪਰ ਮੈਂ ਇਹਨਾਂ ਨੂੰ ਕਹਾਂ ਉਹ ਨਹੀਂ ਮੇਰਾ ਇਸ਼ੂ। ਤਾਂ ਬਸ ਅਸੀਂ ਸ਼ਾਮ ਨੂੰ ਉਦੋਂ ਘੰਟਾ ਕੁ ਬੈਠਦੇ ਹਾਂ, ਬਾਕੀ ਟਾਈਮ ਇਹ ਆਪਣਾ ਅੱਡ ਰਹਿੰਦੇ ਆ। ਮਾਰਕੀਟ ਜਾਣਾ ਹੈ,
ਇਹਨਾਂ ਦੀ ਆਪਣੀ ਗੱਡੀ ਹੈ, ਸਾਡੀ ਆਪਣੀ ਗੱਡੀ ਹੈ, ਇਹਨਾਂ ਦੀ ਇੱਧਰ ਖੜੀ ਹੁੰਦੀ ਹੈ, ਸਾਡੀ ਗੱਡੀ ਉੱਧਰ ਖੜੀ ਹੁੰਦੀ ਹੈ। ਮਤਲਬ ਇੱਥੇ ਵੀ ਅਸੀਂ ਐਂ ਕਹਿ ਕੇ ਆਏ ਹੋਏ ਹਾਂ ਵੀ ਅਸੀਂ ਜਦੋਂ ਮਰਜ਼ੀ ਜਾ ਵੜੀਏ, ਅਸੀਂ ਨਾ ਉੱਥੇ ਕੋਈ ਘਰ ਵੇਚਣਾ, ਉਹਨੂੰ ਚੱਲਦਾ ਰੱਖਣਾ ਬਕਾਇਦਾ। ਜਦੋਂ ਅਸੀਂ ਜਾਵਾਂਗੇ ਕੋਈ ਵੀ ਜਿਹੜੇ ਉਹਦੇ 'ਚ ਨੁਕਸ ਹੋਣਗੇ ਉਹਨੂੰ ਚੱਲਦੇ ਕਰਿਆਵਾਂਗੇ, ਠੀਕ ਕਰਿਆਵਾਂਗੇ। ਮਤਲਬ ਇਸ ਟਾਈਪ ਦਾ ਇੰਡੀਪੈਂਡੈਂਸ ਹੈਗੀ ਹੈ, ਪਰ ਉਨੀ ਨਹੀਂ ਹੁੰਦੀ। ਜਦੋਂ ਤੁਸੀਂ ਇੱਕ ਵਾਰੀ ਕਿਸੇ ਨਾਲ ਚੱਲ ਪੈਂਦੇ ਹੋ ਫਿਰ ਬਿਲਕੁਲ ਇੰਡੀਪੈਂਡੈਂਟ ਨਹੀਂ ਹੁੰਦੇ ਉਹ। ਇਹ ਤਾਂ ਕੁਛ ਕੁ ਚੀਜ਼ਾਂ ਨੇ, ਜਿਵੇਂ ਤੁਸੀਂ ਮਤਲਬ ਇਹ ਸੈਟਲਮੈਂਟ ਕੀਤੀ ਆ ਆਪਣੇ ਆਪ ਨਾਲ, ਹੈ ਨਾ ਤੁਸੀਂ, ਔਰ ਤੁਹਾਡੀ ਸਮਝਦਾਰੀ ਵੀ ਆ ਕਿ ਕਈ ਵਾਰੀ ਬੱਚੇ ਇਸ ਚੀਜ਼ ਦੀ ਕੰਪਲੇਨ ਕਰਦੇ ਆ ਕਿ ਜਦੋਂ ਸਾਡਾ ਆਪਣਾ ਫਿਊਚਰ ਬਣਾਉਣ ਦਾ ਟਾਈਮ ਹੁੰਦਾ ਜਾਂ ਅਸੀਂ ਆਪਣੇ ਆਪ ਨੂੰ ਸੈਟਲ ਕਰਨਾ ਹੁੰਦਾ, ਆਪਣੇ ਬੱਚਿਆਂ 'ਤੇ ਧਿਆਨ ਦੇਣਾ ਹੁੰਦਾ, ਤਾਂ ਉਸ ਵਕਤ ਉਹ ਮਾਂ ਪਿਓ ਦੀਆਂ ਜ਼ਿੰਮੇਵਾਰੀਆਂ ਕਰਦੇ ਜ਼ਰੂਰ ਨੇ, ਪਰ ਉਹਨਾਂ ਨੂੰ ਲੱਗਦਾ ਹੁੰਦਾ ਕਿ ਇੱਕ ਜਨਰੇਸ਼ਨ ਗੈਪ ਆ ਜਿਹਦੇ ਕਰਕੇ ਮਾਂ ਪਿਓ ਉਹਨਾਂ ਦੇ ਫੈਸਲਿਆਂ 'ਚ ਬਹੁਤ ਜ਼ਿਆਦਾ ਦਖਲਅੰਦਾਜ਼ੀ ਕਰਨ ਲੱਗ ਜਾਂਦੇ ਨੇ, ਹੈ ਨਾ। ਤਾਂ ਕਈ ਵਾਰੀ ਉੱਥੇ ਜਾ ਕੇ ਹਸਬੈਂਡ ਵਾਈਫ ਦਾ ਰਿਸ਼ਤਾ ਵੀ ਖਰਾਬ ਹੁੰਦਾ, ਜਾਂ ਫਿਰ ਅੱਗੇ ਤੁਹਾਡੇ ਨਾਲ ਵੀ ਉਹਨਾਂ ਦਾ ਰਿਸ਼ਤਾ ਜਿਹੜਾ ਮਾਂ ਪਿਓ ਤੋਂ ਹਟ ਕੇ ਫਿਰ ਇੱਕ ਤੁਸੀਂ ਦੋਨੋਂ ਇੱਕ ਦੂਜੇ ਦੇ ਓਪੋਜਿਟ ਖੜ ਜਾਂਦੇ ਹੋ ਨਾ। ਤਾਂ ਮਤਲਬ ਇਹ ਸੈਟਲਮੈਂਟ ਤੁਸੀਂ ਕੀਤੀ ਆ ਆਪਦੇ ਵਧੀਆ ਭਵਿੱਖ ਲਈ ਕਿ ਆਪਦੇ ਬੱਚਿਆਂ ਨਾਲ ਤੁਹਾਡਾ ਰਿਸ਼ਤਾ ਵਧੀਆ ਰਹੇ। ਉਹਨਾਂ ਵੱਲੋਂ ਮਤਲਬ ਇਸ ਤੁਹਾਡੇ ਫੈਸਲੇ ਦੀ ਕਿੰਨੀ ਕੁ ਅਹਿਮੀਅਤ ਸਮਝੀ ਜਾਂਦੀ ਹੈ, ਜਾਂ ਉਹ ਇਸ ਰਿਸ਼ਤੇ ਨੂੰ ਤੁਹਾਡੇ ਨਾਲ ਕਿਵੇਂ ਨਿਭਾ ਰਹੇ ਨੇ ਕਿ ਤੁਸੀਂ ਉਹਨਾਂ ਦੇ ਮਾਂ ਪਿਓ ਤੇ ਇਸ ਚੀਜ਼ ਨੂੰ ਕਿਵੇਂ ਦੇਖਦੇ ਨੇ? ਐਕਚੁਅਲੀ ਜਿਹੜਾ ਇਹਦੇ ਉੱਤੇ ਬੋਲਣਾ ਜਾਂ ਦੱਸਣਾ, ਇਹ ਹੁਣ ਤਾਂ ਕੋਈ ਦਿੱਕਤ ਨਹੀਂ ਹੈ। ਇਹ ਜਦੋਂ ਕੋਈ ਹਾਲਤਾਂ ਆਉਂਦੀਆਂ ਕਰੂਸ਼ਲ, ਇਹਨਾਂ 5-4 ਮਹੀਨਿਆਂ 'ਚ ਕੋਈ ਕਰੂਸ਼ਲ ਹਾਲਤ ਨਹੀਂ ਆਈ ਜਿਹਦੇ 'ਚ ਮੈਂ ਤੁਹਾਨੂੰ ਦੱਸ ਸਕਾਂ ਵੀ ਸਾਨੂੰ ਉੱਚੀ ਬੋਲਣਾ ਪਿਆ ਹੋਵੇ ਜਾਂ ਕੁਝ ਕਹਿਣਾ ਪਿਆ ਹੋਵੇ ਵੀ ਤੁਸੀਂ ਆਹ ਗੱਲ ਨੂੰ ਇਗਨੋਰ ਕਰਤਾ। ਉਹ ਸਿਚੁਏਸ਼ਨ ਹਾਲੇ ਕੋਈ ਆਈ ਨਹੀਂ। ਵੀ ਮੰਨ ਲਓ ਸਾਡੇ 'ਚ ਕੋਈ ਬਿਮਾਰ ਹੋ ਗਿਆ ਹੋਵੇ ਤਾਂ ਸਾਨੂੰ ਐਂ ਲੱਗਿਆ ਵੀ ਉਹਨੇ ਤਾਂ ਸਾਡੀ ਗੱਲ ਸੁਣੀ ਨਹੀਂ। ਹਾਂਜੀ। ਇੱਕ ਵਾਰੀ ਮੰਨ ਲਓ ਫਾਰ ਐਗਜ਼ਾਮਪਲ ਉਹਨਾਂ ਨੇ ਮੈਨੂੰ, ਬੇਟੇ ਨੇ ਕੁਝ ਥੋੜ੍ਹੇ ਜਿਹੇ ਪੈਸੇ ਦਿੱਤੇ, ਮੈਂ ਕਿਹਾ ਬੇਟੇ ਪੈਸੇ ਤਾਂ ਇਹ ਤੇਰੇ ਹੀ ਹੈ, ਸਾਡੇ ਕੋਲ ਤਾਂ ਜਿਹੜੀ ਪੈਨਸ਼ਨ ਆਉਂਦੀ ਹੈ ਉਹ ਅੱਧੀ ਵੀ ਨਹੀਂ ਲੱਗਦੀ। ਫਾਈਨੈਂਸ਼ੀਅਲ ਤਾਂ ਸਾਡੀ ਕੋਈ ਪ੍ਰੋਬਲਮ ਨਹੀਂ ਹੈ। ਅਤੇ ਕੁਛ ਮਤਲਬ ਇਹ ਜਿਹਾ ਹਾਲੇ ਇਸ਼ੂ ਨਹੀਂ ਆਇਆ ਜਿੱਥੇ ਕੋਈ ਪਰਖ ਦੀ ਘੜੀ ਹੋਵੇ। ਇਹ ਪਤਾ ਜਿਹੜਾ ਮੈਨੂੰ ਲੱਗਦਾ ਵੀ ਤੁਹਾਡਾ ਸਵਾਲ ਹੈ, ਇਹ ਪਰਖ ਦੀਆਂ ਘੜੀਆਂ 'ਚ ਪਤਾ ਲੱਗਦਾ ਵੀ ਕਿੱਥੇ ਹੈ। ਹਾਲ ਦੀ ਘੜੀ ਤਾਂ ਇਹ ਹੈ ਵੀ ਮੈਂ ਤਾਂ ਜਾਣਾ ਸੀਗਾ, ਜਿਵੇਂ ਇਹਨਾਂ ਨੇ ਸਾਨੂੰ ਤੁਸੀਂ ਟਾਈਮ ਦਿੱਤਾ ਇੰਟਰਵਿਊ ਦਾ ਪਹਿਲਾਂ, ਉਹਦੇ ਸਕੂਲ ਲੱਗ ਗਏ। ਸਾਡਾ ਤਾਂ ਸ਼ਡਿਊਲ ਹੀ ਬਦਲਤਾ ਉਹਨੇ, ਕਿਉਂਕਿ ਉਹਨੂੰ ਮੈਂ ਗੱਡੀ 'ਤੇ ਲੈ ਕੇ ਆਉਣਾ, ਗੱਡੀ 'ਤੇ ਛੱਡ ਕੇ ਆਉਣਾ। ਪੋਤੇ ਨੂੰ ਵੀ ਮੌਜ ਬਣ ਗਈ ਤਾਂ ਉਹਨਾਂ ਨੂੰ ਵੀ ਮੌਜ ਬਣ ਗਈ। ਵੀ ਕਈ ਵਾਰੀ ਕੋਈ ਇੱਧਰ ਉੱਧਰ ਕੋਈ ਕੰਮ ਹੁੰਦਾ ਤਾਂ ਨੂੰਹ ਨੂੰ ਹੁੰਦਾ ਵੀ ਪਾਪਾ ਤੁਸੀਂ ਗੱਡੀ ਲੈ ਚੱਲੋ। ਮੈਂ ਕਦੇ ਕਦਾਈ ਬਹੁਤ ਘੱਟ ਲੋੜ ਪੈਂਦੀ ਹੈ, ਉਹਨੇ ਰੱਖਿਆ ਹੋਇਆ ਡਰਾਈਵਰ ਰੱਖਿਆ, ਤਾਂ ਉਹ ਉਸ ਟਾਈਪ ਦੀ ਮਤਲਬ ਕਿ ਅਸੀਂ ਤਾਂ ਹਾਲੇ ਉਹਨਾਂ ਲਈ ਹੈਲਪਫੁਲ ਹਾਂ। ਤਾਂ ਉਹਨਾਂ ਕੋਈ ਇਹੋ ਜਿਹਾ ਇਸ਼ੂ ਨਹੀਂ ਨਜ਼ਰ ਆਇਆ ਜੀ ਤੋਂ ਅਸੀਂ ਕਹਿ ਸਕੀਏ ਵੀ ਉਹਨਾਂ ਨੂੰ ਕਿਵੇਂ ਵਿਸ਼ੇਸ਼ ਲੱਗਦਾ ਹੈ ਜਾਂ ਕੋਈ ਅਬਸਟਰਕਸ਼ਨ ਲੱਗਦੀ ਹੈ। ਉਹ ਵੀ ਖੁਸ਼ ਹੈ, ਅਸੀਂ ਵੀ ਖੁਸ਼ ਹਾਂ। ਕੋਸ਼ਿਸ਼ ਇੱਥੇ ਵੀ ਉਹੀ ਹੈ ਬੇਸਿਕਲੀ ਵੀ ਇੱਕ ਸਪੇਸ ਰਹੇ ਵੀ ਉਹ ਕਿਵੇਂ ਜਾਂਦੇ ਆ, ਕੀ ਕਰਦੇ ਆ, ਛੁੱਟੀ 'ਤੇ ਹੈ। ਮੈਂ ਨਹੀਂ ਪੁੱਛਦਾ ਵੀ ਉਹ ਅੱਜ ਛੁੱਟੀ 'ਤੇ ਕਿਉਂ ਹੈ, ਇਹ ਵੀ ਨਹੀਂ ਪੁੱਛਦੇ। ਮਤਲਬ ਕਿ ਚਲੋ ਜੇ ਪੁੱਛਦੇ ਮੈਨੂੰ ਨਹੀਂ ਪਤਾ, ਪਰ ਮੈਂ ਤਾਂ ਉੱਧਰ ਪਰਾਂ ਰਹਿਣਾ। ਸੁਬਾਹ ਜਿੰਨਾ ਚਿਰ ਉਹ ਦਫ਼ਤਰ ਜਾਂਦੇ ਨਹੀਂ, ਆਪਦੇ ਆਫਿਸ ਨਹੀਂ ਜਾਂਦੇ। ਦੇਖੋ ਇੱਕ ਖੂਨ ਦਾ ਰਿਸ਼ਤਾ ਹੁੰਦਾ ਹੈ, ਇੱਕ ਫਿਕਰ ਜਾਂ ਉਹ ਬੇਟਾ ਤਾਂ ਮੇਰਾ ਕਈ ਵਾਰੀ ਮੇਰੇ ਕੋਲ ਆ ਕੇ ਬੈਠਾ ਸੁਬਾਹ ਸ਼ਾਮ ਵੀ, ਉਹਦਾ ਵੀ ਇਹ ਜਿਹਾ ਕਾਮਰੇ ਟਾਈਪ ਜਿਹਾ ਗੱਲਾਂ ਕਰ ਲੈਂਦਾ ਵੀ ਆਹ ਮੋਦੀ ਨੇ ਕਰਤਾ, ਅਤੇ ਉਹਦਾ ਸੁਬਾਹ ਨੂੰ ਵੀ ਕਰ ਜਾਂਦਾ, ਆ ਕੇ ਸ਼ਾਮ ਨੂੰ ਵੀ ਕਰ ਲੈਂਦਾ। ਅਤੇ ਕੁਛ ਮੇਰੀ ਕੋਸ਼ਿਸ਼ ਕਰਦਾ ਖਿਆਲ ਰੱਖਣ ਦੀ, ਜਿਵੇਂ ਮੈਗਜ਼ੀਨ ਵੀ ਆਪਣਾ ਟਲਾਈ ਪਾਪਾ ਪੜ੍ਹਿਆ ਕਰੋ, ਇੰਗਲਿਸ਼ ਦਾ ਪੇਪਰ ਪੜ੍ਹਿਆ ਕਰੋ। ਮੈਂ ਉਹਨੂੰ ਕਹਿੰਦਾ ਨਹੀਂ ਮੈਂ ਤਾਂ ਪੰਜਾਬੀ ਜੀ ਵਾਲਾ ਬੰਦਾ, ਮੈਨੂੰ ਉਹ ਇੰਗਲਿਸ਼ ਕਹਿੰਦਾ ਨਹੀਂ ਥੋੜ੍ਹਾ ਬਹੁਤਾ ਕੁਛ ਨਾ ਕੁਛ ਡਿਫਰੈਂਟ ਹੁੰਦਾ। ਤਾਂ ਉਹ ਸਾਰਾ ਮਤਲਬ ਇਹੋ ਜਿਹੀਆਂ ਗੱਲਾਂ ਦਾ ਥੋੜ੍ਹਾ ਜਿਹਾ ਵੱਧ ਕਰ ਲੈਂਦਾ ਵੀ ਜਦ ਪਤਾ ਨਹੀਂ ਕੁਛ ਕਹਿ ਨਹੀਂ ਸਕਦੇ। ਕੋਈ ਜਿਹਨੂੰ ਆਪਾਂ ਸਪੈਸੀਫਿਕਲੀ ਕਰੀਏ ਨਾ, ਕੋਈ ਵੱਡੀ ਗੱਲ ਨਹੀਂ। ਉਹ ਜਿਹੜਾ ਤੁਹਾਡੀ ਪਈ ਹੁੰਦੀ ਹੈ ਗੱਲ, ਉਹ ਹੈਗੀ ਹੈ, ਪਰ ਸਾਡੀਆਂ ਅਸੀਂ ਲੋੜਾਂ ਨੂੰ ਵੀ ਸਮਝਣਾ ਪਊਗਾ ਸਾਨੂੰ, ਏਜ ਦੀਆਂ ਨੂੰ।
ਤੇ ਇਹਨਾਂ ਨੂੰ ਐਂ ਲੱਗੇ ਵੀ ਮੈਂ ਸਿਕਿਉਰ ਨਹੀਂ ਮਹਿਸੂਸ ਕਰਦੀ ਕਿਉਂਕਿ ਮੈਂ ਤਾਂ ਛੋਟੇ ਆ, ਤਾਂ ਮੇਰਾ ਇਹ ਫੈਸਲਾ ਕੋਈ ਬੜਾ ਵਧੀਆ ਨਹੀਂ ਹੈ। ਇਹ ਹੈ ਨਹੀਂ, ਇਹ ਸਮਝਦਾਰੀ ਮਤਲਬ ਦੋਨੇ ਪਾਸੇ ਹੀ ਹੋਣੀ ਚਾਹੀਦੀ ਆ, ਹੈ ਨਾ। ਕਈ ਵਾਰੀ ਇਹ ਹੁੰਦਾ ਕਿ ਮਾਂ ਪਿਓ ਉਸ ਵਕਤ ਸਮਝਣ ਲੱਗ ਜਾਂਦੇ ਆ ਕਿ ਸਾਡਾ ਜ਼ਿੰਦਗੀ ਦਾ ਤਜਰਬਾ ਬਹੁਤ ਵੱਡਾ, ਤੁਸੀਂ ਜੋ ਫੈਸਲੇ ਲੈਣੇ ਆ ਸਾਡੇ ਤੋਂ ਪੁੱਛ ਕੇ ਲਓਗੇ, ਹੈ ਨਾ। ਅਤੇ ਬੱਚਿਆਂ ਨੂੰ ਹੁੰਦਾ ਕਿ ਅਸੀਂ ਅੱਜ ਦੀ ਜਨਰੇਸ਼ਨ ਦੇ ਬੱਚੇ ਹਾਂ, ਅਸੀਂ ਆਲਰੇਡੀ ਸਾਰੀਆਂ ਚੀਜ਼ਾਂ ਲਈ ਅਵੇਅਰ ਹਾਂ, ਜਾਂ ਅਸੀਂ ਹਰ ਚੀਜ਼ ਨੂੰ ਮਤਲਬ ਬਹੁਤ ਸੋਚ ਕੇ ਫੈਸਲੇ ਕਰਦੇ ਹਾਂ। ਤਾਂ ਉੱਥੇ ਇੱਕ ਆਪਸੀ ਕਲੈਸ਼ ਆ ਜਿਹੜਾ ਫਿਰ ਉਹ ਤੁਹਾਡੇ ਬੁਢਾਪੇ ਨੂੰ ਤੰਗ ਕਰਦਾ ਅਤੇ ਉਹਨਾਂ ਦੀ ਨੌਜਵਾਨੀ ਨੂੰ ਤੰਗ ਕਰਦਾ, ਹੈ ਨਾ। ਅਤੇ ਇਹ ਚੀਜ਼ ਆ ਜਿਹੜੀ ਹੋਣੀ ਨਹੀਂ ਚਾਹੀਦੀ। ਜਿਵੇਂ ਤੁਸੀਂ ਬੜੀ ਸੋਹਣੀ ਗੱਲ ਕਹੀ ਕਿ ਉਮਰ ਦੀਆਂ ਲੋੜਾਂ ਨੂੰ ਸਮਝਣਾ ਚਾਹੀਦਾ, ਉਹ ਤੁਹਾਡੀਆਂ ਨੂੰ ਸਮਝਣ ਅਤੇ ਤੁਸੀਂ ਉਹਨਾਂ ਦੀਆਂ ਨੂੰ ਸਮਝੋ ਨਾ। ਇੱਕ ਸਵਾਲ ਮੈਂ ਤੁਹਾਨੂੰ ਮਤਲਬ ਕਿਸੇ ਜੋੜੇ ਨੂੰ ਮੈਨੂੰ ਕਰਨ ਦਾ ਮੌਕਾ ਨਹੀਂ ਮਿਲਿਆ, ਤੁਸੀਂ ਦੋਨੋਂ ਰਿਟਾਇਰਡ ਹੋ ਤਾਂ ਦੋਨੋਂ ਪੈਨਸ਼ਨ ਲੈਂਦੇ ਹੋ, ਇੱਕ ਚੰਗੀ ਸੇਵਿੰਗ ਆ ਜਿਹੜੀ ਉਹ ਵੀ, ਹੈ ਨਾ, ਆਫਟਰ ਰਿਟਾਇਰਮੈਂਟ ਤੁਹਾਨੂੰ ਫੰਡ ਮਿਲਦਾ ਉਹ ਤੁਹਾਡੇ ਕੋਲ ਹੋਊਗੀ। ਬਹੁਤ ਸਾਰੇ ਮਾਂ ਪਿਓ ਇਹ ਗਲਤੀ ਕਰਦੇ ਨੇ ਕਿ ਉਹਨਾਂ ਨੂੰ ਲੱਗਦਾ ਹੁੰਦਾ ਜੋ ਕੁਛ ਹੈ ਬੱਚਿਆਂ ਦਾ ਹੀ ਆ, ਤਾਂ ਉਹ ਤਕਰੀਬਨ ਸਾਰਾ ਕੁਛ ਉਹਨਾਂ ਨੂੰ ਫੜਾ ਦਿੰਦੇ ਆ ਉਸੇ ਟਾਈਮ, ਹੈ ਨਾ, ਕਿ ਤੁਸੀਂ ਚਾਹੇ ਆਪਣਾ ਬਿਜ਼ਨਸ ਕਰ ਲਓ, ਆਪਣੇ ਆਪ ਨੂੰ ਸੈਟਲ ਕਰੋ। ਤੁਹਾਨੂੰ ਇਹ ਚੀਜ਼ ਸਹੀ ਲੱਗਦੀ ਆ? ਤੁਹਾਨੂੰ ਲੱਗਦਾ ਕਿ ਰਿਟਾਇਰਮੈਂਟ ਤੋਂ ਬਾਅਦ ਜਿਹੜਾ ਸਭ ਕੁਛ ਆ ਉਹ ਬੱਚਿਆਂ ਨੂੰ ਦੇ ਦੇਣਾ ਚਾਹੀਦਾ, ਜਾਂ ਆਪਣੇ ਲਈ ਉਸ ਚੀਜ਼ ਨੂੰ ਰੱਖਣਾ ਚਾਹੀਦਾ ਕਿਉਂਕਿ ਉਹ ਤੁਹਾਡੀ ਸਾਰੀ ਉਮਰ ਦੀ ਮਿਹਨਤ ਆ, ਤੁਸੀਂ ਉਹਨੂੰ ਇੰਜੋਏ ਕਰੋ? ਨਹੀਂ, ਬੱਚਿਆਂ ਨੂੰ ਨਹੀਂ ਦੇਣਾ ਚਾਹੀਦਾ। ਮੈਂ ਬੜਾ ਹੀ ਸਪਸ਼ਟ ਹਾਂ ਇਸ ਗੱਲ 'ਤੇ। ਜਦੋਂ ਜੇ ਕੋਈ ਬੱਚੇ ਦੀਆਂ ਸਮੱਸਿਆਵਾਂ ਹੈ ਫਿਰ ਤੁਹਾਨੂੰ ਪੈਸੇ ਮਗਰ ਵੀ ਨਹੀਂ ਜਾਣਾ ਚਾਹੀਦਾ, ਅਤੇ ਜੇ ਬੱਚੇ ਦੀਆਂ ਸਮੱਸਿਆਵਾਂ ਨਹੀਂ ਹੋਣਗੀਆਂ ਅਤੇ ਉਹਨਾਂ ਦੀ ਇਨਕਮ ਘੱਟ ਵੀ ਹੈ ਤਾਂ ਉਹਨਾਂ ਨੂੰ ਉਹ ਘੱਟ ਦੇ ਵਿੱਚ ਗੁਜ਼ਾਰਾ ਕਰਨਾ ਸਿੱਖਣਾ ਚਾਹੀਦਾ, ਉਵੇਂ ਕਰਨਾ ਚਾਹੀਦਾ। ਜਿਹੜਾ ਹੈਗਾ ਵੀ ਜਿਵੇਂ ਹੁਣ ਜੇ ਅਸੀਂ ਆਪਣਾ ਵੀ ਲਾਈਏ, ਸਾਡੇ ਕੋਲ ਕਾਫੀ ਮਤਲਬ ਸੇਵਿੰਗਸ ਪਈਆਂ। ਜੇ ਕੋਈ ਉਹਨਾਂ ਨੂੰ ਹੈਲਪ ਦੀ ਲੋੜ ਸੀ, ਫਾਰ ਐਗਜ਼ਾਮਪਲ ਇਹ ਘਰ ਦੀ ਲਗਭਗ ਕੋਸਟ ਕਰੋੜ 'ਤੇ ਜਾਂਦੀ ਸੀ, ਤਾਂ ਸਾਨੂੰ ਪਤਾ ਹੀ ਹੈ ਵੀ ਉਹ ਵੀ ਕੋਈ ਇੰਨਾ ਨਹੀਂ ਸੀ, ਤਾਂ ਅਸੀਂ ਰਲ ਕੇ, ਇਹ ਵੀ ਕੋਈ ਹੈਜੀਟੇਸ਼ਨ ਨਹੀਂ ਸੀ ਵੀ ਦੇਣਾ ਹੀ ਨਹੀਂ ਹੈ। ਇਹ ਕੋਈ ਮਤਲਬ ਅਸੀਂ ਪੱਕੀ ਲਕੀਰ ਨਹੀਂ ਖਿੱਚੀ, ਹਾਰਡ ਐਂਡ ਫਾਸਟ ਨਹੀਂ, ਜੇ ਲੋੜ ਹੈ ਤਾਂ ਮਤਲਬ ਅਸੀਂ ਦੇ ਵੀ ਸਕਦੇ। ਹਾਂਜੀ, ਕਿਉਂਕਿ ਪੈਨਸ਼ਨ ਆਉਂਦੀ ਹੈ, ਠੀਕ ਹੈ, ਸਾਨੂੰ ਕੋਈ ਐਸੀ ਸਿਕਿਉਰ ਹੀ ਫੀਲ ਕਰਦੇ ਆ। ਮਤਲਬ ਜਿਹੜੀ ਇਸ ਵੇਲੇ ਦੀ ਪੈਨਸ਼ਨ ਹੈ ਨਾ ਇੰਨੀ ਹੈ ਕਿ ਅਸੀਂ ਦਿੰਦੇ ਨਹੀਂ ਗੇ, ਜੇ ਦੇ ਵੀ ਦੀਏ ਤਾਂ 2-4 ਮਹੀਨਿਆਂ ਦੇ ਵਿੱਚ ਹੀ ਸਾਡੇ ਕੋਲੇ ਫੰਡ ਬਹੁਤ ਜ਼ਿਆਦਾ ਹੋ ਜਾਂਦਾ। ਸਾਨੂੰ ਪ੍ਰੋਬਲਮ ਨਹੀਂ ਲੱਗਦੀ, ਅਸੀਂ ਖਰਚ ਨਹੀਂ ਕਰਦੇ ਨਾ। ਉਹੀ ਗੱਲ ਬਾਰ-ਬਾਰ ਇਹ ਸਾਨੂੰ ਬਹੁਤ ਪੇ ਕਰਦੀ ਹੈ। ਸਾਡੀ ਜਿਹੜੀ ਖੁਸ਼ੀ ਹੈ ਉਹ ਕੰਮ 'ਚ ਹੈ, ਛੋਟੇ-ਛੋਟੇ ਕੰਮਾਂ 'ਚ ਹੀ ਹੈ। ਜਿਵੇਂ ਪਹਿਲਾਂ ਵਾਲੇ ਪਿੰਡਾਂ ਵਾਲਿਆਂ ਨੂੰ ਹੁੰਦਾ ਵੀ ਛੋਟਾ ਜਿਹਾ ਕੰਮ ਹੀ ਕੰਮ ਵੀ ਹੁੰਦਾ ਚ ਖੁਸ਼ੀ। ਮੰਨ ਲਓ ਕਿ ਕਿਸੇ ਨੇ ਚੌਂਕਾ ਹੀ ਲਿਪ ਲਿਆ, ਆਪਣੇ ਕਿਸੇ ਲੇਡੀ ਨੇ ਆਪਦੇ ਹਾਰੇ ਲਿਪ ਲਏ, ਕੀਤਾ ਤਾਂ ਉਹਨੇ ਕੰਮ ਹੈ, ਪਰ ਉਹਨੂੰ ਤਾਂ ਐਂ ਲੱਗਦੀ ਵੀ ਮੈਂ ਪਤਾ ਨਹੀਂ ਬਹੁਤ ਵੱਡੀ ਗੱਲ ਕਰਤੀ, ਵੀ ਬਹੁਤ ਖੁਸ਼ੀ ਵਾਲੀ ਗੱਲ, ਵੀ ਉਹ ਕੰਮ ਵੀ ਹੁੰਦੀ, ਖੁਸ਼ੀ ਵੀ ਹੁੰਦੀ, ਉਹ 'ਚ ਕੋਈ ਖਰਚ ਵੀ ਨਹੀਂ ਸੀ। ਹੁਣ ਕੀ ਹੈ ਖੁਸ਼ੀ, ਵੀ ਮਾਲ ਦੇ ਵਿੱਚ ਜਾਓ, 4 ਚੀਜ਼ਾਂ ਵੀ ਖਰੀਦੋ ਮਹਿੰਗੀਆਂ ਸਾਰੀਆਂ, ਅਤੇ ਹੋਰ ਇਸ ਟਾਈਪ ਦੀਆਂ ਖੁਸ਼ੀਆਂ ਹੋਣਗੀਆਂ, ਉਹ ਹਾਲੇ ਸਾਡੀ ਲਾਈਫ 'ਚ ਨਹੀਂ ਆਈਆਂ। ਨਹੀਂ, ਇਹ ਬਹੁਤ ਸੋਹਣੀ ਗੱਲ ਆ। ਮੈਂ ਕਈ ਚੀਜ਼ਾਂ ਦੇ ਤਜਰਬੇ ਤੁਸੀਂ ਖੁਦ ਵੀ ਕਰਦੇ ਹੋ। ਕਈ ਵਾਰੀ ਹੁੰਦਾ ਕਿ ਤੁਸੀਂ ਰੂਟੀਨ 'ਚ ਰੋਜ਼ ਇੱਕੋ ਹੀ ਕੰਮ ਕਰਦੇ ਹੋ। ਮੰਨ ਲਓ ਤੁਸੀਂ ਸਵੇਰੇ ਉੱਠਦੇ ਹੋ, ਬੱਚੇ ਤਿਆਰ ਕਰਦੇ ਹੋ, ਘਰ ਸੰਭਾਲਦੇ ਹੋ, ਆਪਣੀ ਨੌਕਰੀ 'ਤੇ ਜਾਂਦੇ ਹੋ ਨਾ, ਤੁਹਾਨੂੰ ਐਂ ਲੱਗ ਜੂਗਾ ਵੀ ਜ਼ਿੰਦਗੀ 'ਚ ਕੁਛ ਨਹੀਂ ਹੈਗਾ, ਕੁਛ ਨਵਾਂ ਨਹੀਂ। ਫਿਰ ਮੈਂ ਕਈ ਵਾਰੀ ਕਰਦੀ ਨੇ ਵੀ ਘਰ 'ਚ ਥੋੜ੍ਹਾ ਜਿਹਾ ਘਾਹ, ਉਹਦੇ 'ਚ ਝਾੜੂ ਲਾ ਲਾਂ ਤਾਂ ਐਂ ਲੱਗੂ ਅੱਜ ਜ਼ਿੰਦਗੀ 'ਚ ਕੁਛ ਨਵਾਂ ਵਾਪਰਿਆ, ਹੈ ਨਾ। ਤਾਂ ਉਹ ਮੈਨੂੰ ਲੱਗਦਾ ਕਿ ਇਹੀ ਚੀਜ਼ ਹੈ ਕਿ ਜ਼ਰੂਰੀ ਨਹੀਂ ਵੀ ਤੁਹਾਡਾ ਮਾਲ 'ਚ ਜਾਣਾ, ਬਹੁਤ ਮਹਿੰਗਾ ਕੁਛ ਖਰੀਦਣਾ ਹੀ ਤੁਹਾਨੂੰ ਖੁਸ਼ੀ ਦਊਗਾ, ਹੈ ਨਾ। ਖੁਸ਼ੀ ਤੁਹਾਡੀ ਕਿੱਥੇ ਪਈ ਆ ਉਹ ਤੁਹਾਡੇ ਮਨ ਨੂੰ ਪਤਾ ਹੈ, ਅਤੇ ਉਹ ਕੰਮ ਕਰ ਲਓ, ਤੁਸੀਂ ਖੁਸ਼ ਹੋ ਜਾਂਦੇ ਹੋ। ਅਤੇ 50 ਸਾਲ ਦਾ ਹੁਣ ਸਫ਼ਰ ਹੋ ਗਿਆ ਤੁਹਾਡਾ, ਹੈ ਨਾ, ਬੜਾ ਖੂਬਸੂਰਤ ਲੰਘਿਆ, ਤੰਦਰੁਸਤੀ ਵਾਲਾ। ਸਭ ਤੋਂ ਵੱਡੀ ਗੱਲ ਹੈ ਕਿ ਇਸ ਉਮਰ 'ਚ, ਜਿਵੇਂ ਹੁਣ ਮੈਂ ਇੱਕ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੋਲੀ ਖਾਧੀ ਹੈ ਨਾ ਸਿਰ ਦਰਦ ਦੀ, ਅਤੇ ਤੁਸੀਂ ਇਸ ਉਮਰ 'ਚ ਵੀ ਤੰਦਰੁਸਤ ਹੋ ਨਾ, ਇਹ ਸਭ ਤੋਂ ਵੱਡੀ ਖੁਸ਼ੀ ਆ ਤੁਹਾਡੇ ਲਈ ਕਿ ਤੁਸੀਂ ਹਲੇ ਨਾ ਗਿੱਟੇ ਗੋਡਿਆਂ ਦੀ ਦਵਾਈ ਖਾ ਰਹੇ ਹੋ, ਨਾ ਸਿਰ ਦੀਆਂ ਦਵਾਈਆਂ ਖਾ ਰਹੇ ਹੋ। ਅਤੇ ਅਗਲੀ ਜ਼ਿੰਦਗੀ ਲਈ ਕੀ ਸੋਚਦੇ ਹੋ ਕਿ ਹੁਣ, ਜਿਵੇਂ ਅੰਕਲ ਨੇ ਕਿਹਾ ਕਿ ਫੰਡ ਤਾਂ ਇੰਨਾ ਕਿ ਲੋੜ ਨਹੀਂ ਸੋਚਣ ਦੀ, ਹੈ ਨਾ, ਪਰ ਉੱਦਾਂ ਕਿਵੇਂ ਸੋਚਦੇ ਹੋ ਕਿ ਹੁਣ ਜੋ ਬਾਕੀ ਦੀ ਜ਼ਿੰਦਗੀ ਆਪਣੀ ਉਹ ਕਿਵੇਂ ਕੱਢਣੀ ਆ? ਅਸੀਂ ਨੇ ਕੀ ਪਲਾਨ ਕੀਤੇ ਹੋਏ ਨੇ ਆਪਣੇ ਲਈ? ਕਿਉਂਕਿ ਮੈਂ ਤਾਂ ਪੁੱਛ ਰਹੀ ਹਾਂ, ਇਸ ਉਮਰ 'ਚ ਆ ਕੇ ਕਹਿ ਦਿੰਦੇ ਬਸ ਇੰਨੀ ਲੰਘ ਗਈ, ਹੁਣ ਤਾਂ ਥੋੜ੍ਹੀ ਜਿਹੀ ਰਹਿ ਗਈ, ਉਹ ਵੀ ਮਤਲਬ ਵਾਹਿਗੁਰੂ ਦਾ ਨਾਂ ਲਓ ਜਾਂ ਪਰਮਾਤਮਾ ਨੂੰ ਯਾਦ ਕਰੋ, ਹੈ ਨਾ। ਅਤੇ ਤੁਹਾਡੇ ਕੀ ਪਲਾਨ ਨੇ?
ਜਿਹੜਾ ਸਾਡਾ ਹੈ ਨਾ ਜੀ, ਮਤਲਬ ਕਿ ਵਾਹਿਗੁਰੂ ਜਾਂ ਪਰਮਾਤਮਾ ਜਾਂ ਕੋਈ ਜਿਹੜੀ ਅਨੰਤ ਸ਼ਕਤੀ ਹੈ, ਬੇਸਿਕਲੀ ਸਾਡਾ ਇਹ ਫੇਥ ਹੈ ਵੀ ਜੇ ਸਾਰਿਆਂ ਨਾਲੋਂ ਵੱਡਾ ਵੀ ਜੇ ਕੋਈ ਸਮਾਜ ਦੀ ਸੇਵਾ ਕਰ ਸਕਦਾ ਹੈ, ਉਹ ਸਭ ਤੋਂ ਉੱਚੀ ਸੇਵਾ ਹੈ। ਉਸ ਦੇ ਮੈਂ ਕਾਬਲ ਨਹੀਂ ਸਮਝਦਾ ਆਪ ਨੂੰ ਵੀ ਉਨੀ ਮੈਂ ਕਰ ਸਕਾਂ, ਪਰ ਕੋਸ਼ਿਸ਼ ਹੋਣੀ ਚਾਹੀਦੀ ਹੈ ਬੰਦੇ ਦੀ। ਉੱਧਰ ਵੀ ਕੋਸ਼ਿਸ਼ ਰਹੂ, ਜੇ ਹਾਲਤਾਂ ਬਣ ਗਈਆਂ ਉੱਧਰ ਵੀ ਜਾ ਸਕਦੇ ਹਾਂ, ਕੋਈ ਮਤਲਬ ਉੱਧਰ ਵੀ ਕੋਸ਼ਿਸ਼ ਕਰਦੇ ਰਹਾਂਗੇ। ਪਰ ਜੇ ਅਸੀਂ ਮੈਂ ਇੱਛਾ ਦੇ ਤੌਰ 'ਤੇ ਕਹਿਣਾ, ਆਪ ਦੀ ਗੱਲ ਦੱਸ ਰਿਹਾ, ਇਹਨਾਂ ਦਾ ਮੈਨੂੰ ਨਹੀਂ ਪਤਾ ਕੀ ਮਨ 'ਚ ਹੈ, ਵੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਜਿਹੜੀ ਆਪਾਂ ਬਕਟ ਲਿਸਟ ਦੀ ਗੱਲ ਕਰਦੇ ਹੁੰਦੇ ਹਾਂ ਵੀ ਕੀ ਹੈ ਤੁਹਾਡੀ ਬਕਟ ਲਿਸਟ ਦੇ ਵਿੱਚ, ਮੇਰੀ ਬਕਟ ਲਿਸਟ ਦੇ ਵਿੱਚ ਤਾਂ ਘੁੰਮਣਾ ਹੀ ਹੈ। ਅੱਛਾ। ਵੀ ਦੁਨੀਆ ਦੇਖੋ, ਰਿਸ਼ਤੇ ਬਣਾਓ, ਜਦੋਂ ਕੁਛ ਗਾਹਾਂ ਹੋਊਗਾ ਹੈਲਥ ਨੇ ਅਫੋਰਡ ਨਾ ਕੀਤਾ, ਉਦੋਂ ਫਿਰ ਨਵਾਂ ਸ਼ੈਡਿਊਲ ਬਣੂਗਾ। ਜਿੰਨਾ ਚਿਰ ਹੈਲਥ ਤੁਹਾਨੂੰ ਅਲਾਓ ਕਰਦੀ ਹੈ ਤਾਂ ਲੰਮਾ ਸਮਾਂ, ਜਿਹੜੇ ਪਹਿਲਾਂ ਸਾਡੇ ਛੋਟੇ ਟੂਰ ਸੀਗੇ, ਜਿਵੇਂ ਮੰਨ ਲਓ ਮੈਂ ਕੀ ਇਹਨਾਂ ਨਾਲ ਹਾਲੇ ਗੱਲ ਸ਼ੇਅਰ ਨਹੀਂ ਕੀਤੀ, ਬੈਠੇ ਆਪਦੇ ਮਨ 'ਚ ਚੱਲ ਰਹੇ। ਮੈਂ ਤੁਹਾਨੂੰ ਦੱਸਿਆ ਮੇਰੇ ਕਰੈਕਟਰ ਦੇ ਵਿੱਚ ਸਵਾਮੀ ਅਤੇ ਅੰਕਲ ਪੋਜਰ ਬਹੁਤ ਹੈਗੇ। ਮੈਂ ਆਪਦੇ ਬੈਠੇ ਸੋਚਦਾ ਰਹਿੰਦਾ ਪਿੱਛੇ ਜੇ ਕੀ ਹੋਇਆ ਕਿ ਮੈਂ ਤਾਂ ਵੈਸੇ ਹੀ ਵੇਖਦਾ ਰਿਹਾ ਕਿ ਵੀ ਆਹ ਹੋਟਲ ਬਹੁਤ ਵਧੀਆ। ਮੈਂ ਕਿਹਾ ਵੀ ਮੈਂ ਕਿਹਾ ਵੀ ਆਪਾਂ ਉੱਥੇ ਚੱਲੀਏ ਕੰਡਾ ਘਾਟ। ਇਹ ਕਹਿੰਦੇ ਚੱਲੋ। ਮੈਨੂੰ ਆਇਆ ਸੀ ਮੈਂ ਇਹਨੇ ਕਹਿਣਾ ਨਹੀਂ, ਮੈਂ ਬੜਾ ਹੈਰਾਨ। ਇਹਨਾਂ ਨੇ ਪਹਿਲਾਂ ਹੈਲਥ ਨਹੀਂ ਸੀ ਠੀਕ ਇੱਕ ਦੋ। ਹਾਂ, ਮੈਂ ਕਿਹਾ ਵੀ ਬੜਾ ਇਹਨਾਂ ਨੇ ਕਿਹਾ ਵੀ ਚੱਲੀਏ, ਅਤੇ ਇਹ ਕਹਿੰਦੇ ਚੱਲੋ। ਮੈਂ ਬੇਟੇ ਨੂੰ ਪੁੱਛਿਆ, ਬੇਟਾ ਜਿਵੇਂ ਕੁਦਰਤੀ ਚਲੋ ਗੱਲ ਆ ਗਈ, ਬੇਟਾ ਕਹਿੰਦਾ ਵੀ ਮੈਂ ਡਰਾਈਵਰ ਨਹੀਂ ਲਿਆਉਂਦਾ, ਤੁਸੀਂ ਡਰਾਈਵਰ ਲੈ ਜਾਓ। ਮੈਂ ਕਿਹਾ ਕੰਡਾ ਘੱਟ ਨੇੜੇ ਆ, ਕੋਈ ਐਡੀ ਗੱਲ ਨਹੀਂ। ਕਹਿੰਦਾ ਨਹੀਂ ਫਿਰ ਵੀ ਇਕੱਲੇ ਹੋਣਗੇ, ਉਹ ਹੈਲਪ ਵੀ ਕਰਦਾ, ਬਹੁਤ ਨਾਈਸ ਹੈ ਬੰਦਾ, ਬਹੁਤ ਜ਼ਿਆਦਾ। ਜਿਹੜਾ ਡਰਾਈਵਰ ਹੈ ਨਾ, ਬਹੁਤ ਹੀ ਛੋਟਾ ਜਿਹਾ, ਜਿਵੇਂ ਐਂ ਕਹਿ ਲਓ ਵੀ ਉਹ ਡਰਾਈਵਰ ਲੱਗਦਾ ਵੀ ਨਹੀਂ, ਕੁੜੀ ਹੁੰਦੀ ਆ ਉਹ ਮਤਲਬ ਡਰਾਈਵਰ ਵੀ ਉਹਦੀ ਤਾਂ ਕੁੜੀ ਹੋਈ ਹੈ, ਛੋਟਾ ਜਿਹਾ ਕਰਦਾ, ਛੋਟੇ ਉਹ ਜਿਹੀ ਉਹਦੀ ਵਾਈਫ ਹੈ। ਉਹ ਮਤਲਬ ਕਿ ਜਿਵੇਂ ਰਿਸ਼ਤਿਆਂ ਦੀ ਆਪਾਂ ਗੱਲ ਕਰਦੇ ਹਾਂ, ਪਤਾ ਨਹੀਂ ਕਿਵੇਂ ਲੋਕ ਜਾਣਦੇ ਆ ਉਸ। ਮੈਂ ਕਦੇ ਬਹੁਤਾ ਡਰਾਈਵਰ ਨੂੰ ਨਹੀਂ ਬੁਲਾਇਆ, ਵਿਚਾਰਾ ਉਹ ਆਉਂਦਾ ਉੱਥੇ ਕੁਰਸੀ ਪਈ ਆ, ਉੱਥੇ ਬੈਠ ਜਾਂਦਾ ਅਤੇ ਚਾਬੀ ਲੈ ਲੈਂਦਾ ਜਦੋਂ ਜਾਣਾ ਹੁੰਦਾ ਅਤੇ ਚਲੇ ਜਾਂਦੇ। ਅਤੇ ਉਹ ਮੈਨੂੰ ਬੇਟਾ ਕਹਿੰਦਾ ਵੀ ਵਾਈਫ ਨੂੰ ਵੀ ਨਾ ਕਹਿ ਦਈਏ। ਮੈਂ ਵੀ ਸਾਨੂੰ ਤਾਂ ਕੀ ਹੈ, ਅਸੀਂ ਤਾਂ ਪਿੱਛੇ ਬੈਠਣਾ ਹੈ। ਅਤੇ ਉਹਨੂੰ ਵੀ ਲੱਗਿਆ ਵੀ ਮੈਂ ਵਾਈਫ ਨੂੰ ਵੀ ਸਾਡੇ ਨਾਲ ਲੈ ਚੱਲਦਾ, ਮਤਲਬ ਉਹ ਚਾਵੜਿਆ। ਅਤੇ ਮਤਲਬ ਕਿ ਜਿਹੜਾ ਹੈ ਨਾ ਇਸ ਕਿਸਮ ਦਾ ਵੀ ਆਉਣ ਵਾਲੇ ਜਿਹੜੀ ਬਕਟ ਲਿਸਟ ਹੈ ਉਹ ਤਾਂ ਇਹੀ ਹੈ। ਜਿੰਨਾ ਚਿਰ ਹੈਲਥ ਠੀਕ ਅਫੋਰਡ ਕਰਦੀ ਹੈ ਉਨਾ ਚਿਰ ਤਾਂ, ਜਿਵੇਂ ਹੁਣ ਮੈਨੂੰ ਆਇਆ ਸੀ ਵੀ ਮੇਰਾ ਗੋਆ 'ਚ ਵੀ ਕੋਈ ਜਾਣ ਪਛਾਣ ਹੈਗੀ ਹੈ, ਜਿਵੇਂ ਘੁੰਮਦੇ ਆਪਾਂ ਨੂੰ ਜਾਣ ਪਛਾਣ ਲੱਗ ਜਾਂਦੇ। ਉਹਨਾਂ ਨਾਲ ਮੇਰਾ ਹੁਣ ਪਿੱਛੇ ਜੇ ਫੋਨ 'ਤੇ ਗੱਲ ਹੋਈ ਸੀ, ਤਾਂ ਮੈਨੂੰ ਐਂ ਲੱਗਦਾ ਵੀ ਹੁਣ ਮੈਨੂੰ ਇਹਨਾਂ ਨੂੰ ਨਹੀਂ ਮੈਂ ਕਿਹਾ ਵੀ ਮੈਨੂੰ ਇੱਥੇ ਤੁਸੀਂ ਘਰ ਕਿਰਾਏ 'ਤੇ ਲੈ ਦੇ ਦਿਓ, ਤੁਸੀਂ ਸਾਧ ਨਾ ਹੋ ਜਾਓ ਦੁਬਾਰਾ। ਵੀ 2 ਮਹੀਨੇ ਚਲੋ ਉਹਦੇ ਕੋਲ ਲਾਉਣੇ, ਕਿਉਂਕਿ ਉਹਨੂੰ ਵੀ ਘੁੰਮਣ ਦਾ ਸ਼ੌਕ ਹੈ। ਉਹਨੇ ਮੈਨੂੰ ਕੁਛ ਗੱਲਾਂ ਦੱਸੀਆਂ ਵੀ ਉਹਨਾਂ ਦਾ ਦੇਖੋ ਕੀ ਹੈ ਵੀ ਉਹਦੀ ਬੇਟੀ ਚੰਗੇ ਥਾਂ 'ਤੇ ਜੋਬ ਕਰਦੀ ਹੈ, ਫਾਈਨੈਂਸ਼ੀਅਲੀ ਸਾਊਂਡ ਹੈ। ਉਹਦਾ ਬੇਟਾ ਫਾਈਨੈਂਸ਼ੀਅਲੀ ਸਾਊਂਡ, ਆਪਾਂ ਇਹੀ ਟਰਮ ਵਰਤਾਂਗੇ। ਉਹ ਖੁਦ ਵੀ ਫਾਈਨੈਂਸ਼ੀਅਲੀ ਸਾਊਂਡ ਹੈ, ਰੇਲਵੇ 'ਚੋਂ ਚੰਗੀ ਪੋਸਟ ਤੋਂ ਰਿਟਾਇਰ ਹੋਏ। ਰਹਿੰਦੇ ਅੱਡ ਹੈ ਤਿੰਨੇ ਹੀ, ਦੋ ਨੇ ਤਾਂ ਰਹਿਣੀ ਸੀ। ਉਹ ਕਹਿੰਦਾ ਮੈਨੂੰ ਬੇਟੀ ਇੱਧਰ ਮਤਲਬ ਕਹਿੰਦੇ ਵੀ ਬੇਟੀ ਨੇ ਮੈਨੂੰ ਕਿਹਾ ਵੀ ਤੁਸੀਂ ਲਓ। ਉਹਨਾਂ ਨੇ ਪੰਜਮ ਦੇ ਵਿੱਚ ਕੋਈ ਫਲੈਟ ਲੈ ਲਿਆ। ਤਾਂ ਹੁਣ ਮੈਨੂੰ ਆਏ ਸੀ, ਮੈਂ ਉਹਨਾਂ ਨੇ ਪਿੱਛੇ ਫੋਨ ਕੀਤਾ, ਮੈਂ ਵੀ ਆਹ ਚੀਜ਼ਾਂ ਹੀ ਮੈਂ ਗੋਆ 'ਚ ਨਹੀਂ ਦੇਖੀਆਂ। ਅਤੇ ਕਹਿੰਦੇ ਵੀ ਚਲੋ ਆਓ ਤੁਸੀਂ, ਅਤੇ ਤੁਹਾਨੂੰ ਸਾਰਾ ਕੁਛ ਦਿਖਾ ਦਿਆਂਗੇ, ਅਤੇ ਮੌਨਸੂਨ 'ਚ ਵੀ ਆਓ। ਮੈਂ ਕਿਹਾ ਮੌਨਸੂਨ 'ਚ ਨਹੀਂ ਆਉਣੀ, ਅਸੀਂ ਸਿਆਲਾਂ 'ਚ ਦੇਖਾਂਗੇ। ਮੈਂ ਚਲੋ ਫਿਰ ਕਹਿੰਦੇ ਠੀਕ ਹੈ, ਜਦੋਂ ਆਏ ਆਪਾਂ ਮਿਲਾਂਗੇ। ਤਾਂ ਐਂ ਮਤਲਬ ਕਿ ਹਾਲ ਦੀ ਘੜੀ ਤਾਂ ਜ਼ਿਆਦਾ ਇਹ ਹੈ। ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੈ, ਕੁਛ ਕਹਿ ਨਹੀਂ ਸਕਦੇ। ਹਾਂ ਕਹਿ ਨਹੀਂ ਸਕਦੇ, ਪਰ ਸਾਡੇ ਹੋਰ ਸਾਰਾ ਕੁਛ ਮਤਲਬ ਜਦੋਂ ਅਸੀਂ ਕਹਿ ਦਿੰਦੇ ਨਾ ਵੀ ਜਾਣਾ ਹੈ, ਤਾਂ ਸਾਡੇ ਪੋਤਾ ਤਾਂ ਕਹਿੰਦਾ ਵੀ ਭਾਈ ਤੁਸੀਂ ਮੇਰਾ ਖਿਆਲ ਰੱਖਿਓ। ਹਾਂ, ਅਤੇ ਮੈਨੂੰ ਪੁੱਛ ਕੇ ਜਾਇਓ। ਅਤੇ ਨੂੰਹ ਅਤੇ ਪੁੱਤ ਤਾਂ ਕਹਿੰਦੇ ਵੀ ਘੁੰਮਣਾ ਚਾਹੀਦਾ ਤੁਹਾਨੂੰ। ਤੇ ਆਂਟੀ ਤੁਸੀਂ ਕੀ ਸੋਚਦੇ ਹੋ?
ਮੈਂ ਵੀ ਇਹਨਾਂ ਨਾਲ ਹੀ ਆਪਾਂ ਪਿੱਛੇ ਤੁਸੀਂ ਮੈਨੂੰ ਲੱਗਦਾ ਪਿੱਛੇ ਪਿੱਛੇ ਹੀ ਹੋ ਹਰ ਜਗ੍ਹਾ ਨਾ। ਪਿੱਛੇ ਪਿੱਛੇ ਕਿਸੇ ਗੱਲ ਤੇ ਤੁਹਾਡਾ ਕਲੈਸ਼ ਹੁੰਦਾ ਕਿ ਕਈ ਕਿਸੇ ਮੁੱਦਿਆਂ ਤੇ, ਕਿਸੇ ਕੰਮ ਤੇ ਜਾਂ ਕਿਸੇ ਫੈਸਲਿਆਂ ਤੇ? ਮੈਨੂੰ ਤਾਂ ਨਹੀਂ ਲੱਗਾ ਕਦੇ ਕਲੈਸ਼ ਨਹੀਂ ਹੁੰਦਾ ਜੀ, ਬਿਲਕੁਲ ਵੀ ਨਹੀਂ ਹੁੰਦਾ। ਕਲੈਸ਼ ਤਾਂ ਨਾ ਬੱਚਿਆਂ ਨਾਲ ਕਦੇ ਹੋਇਆ, ਆਪਾਂ ਇਹ ਗੱਲ ਨਾ ਹੀ ਕਹਿ ਆਪ ਦੇ ਤੀ ਨਾਲ, ਮਤਲਬ ਵੀ ਤੁਸੀਂ ਮੈਨੂੰ ਲੋੜ ਤੋਂ ਵੱਧ ਐਪਰੀਸ਼ੀਏਟ ਕਰੀ ਜਾਂਦੇ ਹੋ। ਵੀ ਜਦੋਂ ਕੋਈ ਗੱਲ ਜਿਵੇਂ ਮੈਨੂੰ ਹੁਣ ਤੁਹਾਡੇ ਸਾਹਮਣੇ ਇੱਕ ਫੈਸਲਾ ਹੋ ਗਿਆ, ਮੈਂ ਕਹੀ ਜਾਂਦਾ ਵੀ ਆਪਾਂ ਗੋਆ 2 ਮਹੀਨੇ ਚੱਲਾਂਗੇ, ਇਹਨਾਂ ਨੇ ਨਹੀਂ ਕਿਹਾ ਵੀ ਮੈਂ ਤਾਂ ਦੱਸਿਆ ਹੀ ਨਹੀਂ ਵੀ ਆਪਾਂ ਵੀ 2 ਮਹੀਨੇ ਚੱਲਾਂਗੇ। ਮਤਲਬ ਉਹ ਮਤਲਬ ਕਿ ਇਸ ਟਾਈਪ ਦਾ ਸਾਡਾ ਨਹੀਂ ਆਉਂਦਾ। ਜੇ ਮਨ ਕਲੈਸ਼ ਤਾਂ ਨਹੀਂ ਆਉਣਾ, ਮੰਨ ਲਓ ਨਾ ਲੱਗੂ ਵੀ ਆਪਾਂ ਨੂੰ ਨਾ 2 ਮਹੀਨੇ ਜਾਣਾ ਨਹੀਂ ਚਾਹੀਦਾ ਇਸ ਗੱਲ ਕਰਕੇ, ਤਾਂ ਮੈਂ ਵੀ ਸੋਚੂਗਾ ਵੀ ਹਾਂ ਇਹ ਗੱਲ ਤਾਂ ਠੀਕ ਹੈ ਵੀ ਆਪਾਂ ਨੂੰ 2 ਮਹੀਨੇ ਤਾਂ ਨਹੀਂ ਜਾਈ ਜਾਂਦਾ। ਤਾਂ ਉਹ ਕਲੈਸ਼ ਵਾਲੀ ਤਾਂ ਗੱਲ ਨਹੀਂ ਬਣੀ। ਆਪਾਂ ਸੋਚਾਂਗੇ ਵੀ ਕਿਉਂ ਨਹੀਂ ਇਹ ਗੱਲ ਹੋਣੀ ਚਾਹੀਦੀ, ਤਾਂ ਫਿਰ ਕਲੈਸ਼ ਵਾਲੀ ਗੱਲ ਨਹੀਂ ਬਣਦੀ। ਇਸ ਕਰਕੇ ਕਦੇ ਕਲੈਸ਼ ਤਾਂ ਨਹੀਂ ਆਇਆ। ਅਸੀਂ ਰਲ ਕੇ ਸਮੱਸਿਆਵਾਂ ਨਾਲ, ਲਾਈਫ ਨਾਲ ਜੇ ਕਿਤੇ ਆਉਂਦੀਆਂ ਦਿੱਕਤਾਂ, ਉਹਦੇ ਨਾਲ ਚੱਲਦੇ ਹਾਂ, ਉਹਨੂੰ ਹੱਲ ਕਰਦੇ ਹਾਂ। ਹਾਂ, ਸਮੱਸਿਆਵਾਂ ਤਾਂ ਆਉਂਦੀਆਂ ਹੀ ਆ, ਸਮੱਸਿਆਵਾਂ ਤਾਂ ਆਉਂਦੀਆਂ, ਪਰ ਕਲੈਸ਼ ਨਹੀਂ ਆਉਂਦਾ। ਡਿਫਰੈਂਸ ਆਫ ਓਪੀਨੀਅਨ ਹੁੰਦੇ ਨੇਗੇ, ਪਰ ਉਹਨੂੰ ਆਪਾਂ ਰੈਸ਼ਨਲਾਈਜ਼ ਕਰਦੇ ਹਾਂ। ਮੰਨ ਲਓ ਆਪਾਂ ਜਿਵੇਂ ਕੋਈ ਗੱਲ ਰੱਖਤੀ, ਜ਼ਰੂਰੀ ਨਹੀਂ ਉਹਨਾਂ ਨੂੰ ਇਹ ਕਹਤਾ ਵੀ ਮਾਰਕੀਟ ਚੱਲੀਏ, ਮੈਂ ਕਹਾਂ ਮੈਂ ਜਾਣਾ ਨਹੀਂ, ਇਹ ਕਹਿੰਦੇ ਜਾਣਾ ਤਾਂ ਆਪਾਂ ਨੂੰ ਜਾਣਾ ਪੈਣਾ। ਆਪਾਂ ਕਹਾਂ ਵੀ ਫਿਰ ਉਹਨੂੰ ਬੈਠ ਕੇ ਆਪਾਂ ਗੱਲ ਜੀ ਥੋੜ੍ਹੀ ਜਿਹੀ ਕਰ ਲੈਂਦੇ ਵੀ ਕਿਹੜੀ ਗੱਲ ਕਰਕੇ ਆਪਾਂ ਜਾਣਾ ਨਹੀਂ, ਜਾਂ ਫਿਰ ਇੱਕ ਜਣਾ ਜਾਣ ਦਾ ਪ੍ਰੋਗਰਾਮ ਬਣਾਉਂਦਾ, ਵੀ ਕੋਈ ਕਲੈਸ਼ ਵਾਲੀ ਗੱਲ ਨਹੀਂ ਬਣਦੀ ਉਹਦੇ ਵਿੱਚ। ਮੈਨੂੰ ਲੱਗਦਾ ਵੀ ਹੁਣ ਦੀ ਪੀੜ੍ਹੀ ਆ ਜਿਹੜੀ, ਉਹ ਤਾਂ ਜਿਵੇਂ ਤੁਸੀਂ ਕਿਹਾ ਵੀ ਓਪੀਨੀਅਨ ਤੁਹਾਡੇ ਅਲੱਗ-ਅਲੱਗ ਹੋ ਸਕਦੇ ਆ, ਹੈ ਨਾ। ਉਹਨੂੰ ਵੀ ਕਲੈਸ਼ ਸਮਝ ਲੈਂਦੀ ਹੈ ਨਾ, ਉਹਨੂੰ ਵੀ ਸਮਝ ਲੈਂਦੀ ਆ ਵੀ ਤੂੰ ਮੈਨੂੰ ਖੁਸ਼ ਨਹੀਂ ਰੱਖਣਾ ਚਾਹੁੰਦਾ, ਜਾਂ ਮੁੰਡੇ ਸਮਝ ਲੈਂਦੇ ਆ ਵੀ ਤੇਰਾ ਤਾਂ ਮਿਜ਼ਾਜ ਹੀ ਨਹੀਂ ਵਧੀਆ, ਕਿਸੇ ਗੱਲ 'ਤੇ ਮਿਲਦਾ ਹੀ ਨਹੀਂ, ਹੈ ਨਾ। ਤਾਂ ਤੁਹਾਡੇ ਵਾਲੀ ਪੀੜ੍ਹੀ ਸੀ ਜਿਹੜੀ, ਉਹ ਮੈਨੂੰ ਲੱਗਦਾ ਵੀ ਇੱਕ ਦੂਜੇ ਨੂੰ ਇਸ ਢੰਗ ਨਾਲ ਜ਼ਿਆਦਾ ਵਧੀਆ ਸਮਝਦੀ ਸੀਗੀ ਕਿ ਅਸੀਂ ਇਸ ਵਕਤ ਰੁੱਸੇ ਹੋਏ ਹਾਂ, ਲੜੇ ਨਹੀਂ ਹੋਏ, ਹੈ ਨਾ। ਸਾਡੇ ਲਈ ਤਾਂ ਰੁੱਸੇ ਹੋਣਾ ਵੀ ਲੜਾਈ ਵੀ ਬਣ ਜਾਂਦੀ ਹੈ। ਅਤੇ ਇਸ ਲਈ ਮਤਲਬ ਅੱਜ ਅਸੀਂ ਜਿਵੇਂ ਘਰੇ ਗੱਲ ਕਰ ਰਹੇ ਸੀ ਵੀ ਵਿਆਹ ਤੋਂ ਬਾਅਦ ਹੁਣ ਪੁੱਛਣਾ ਪੈਂਦਾ ਵੀ ਫਲਾਣੇ ਦੀ ਵਧੀਆ ਨਿਭ ਰਹੀ ਆ, ਕਿਉਂਕਿ 2 ਮਹੀਨੇ ਬਾਅਦ ਸਾਲ ਬਾਅਦ ਤੁਸੀਂ ਤਲਾਕ ਸੁਣ ਰਹੇ ਹੋ, ਹੈ ਨਾ। ਅਤੇ ਚੰਗੀ ਗੱਲ ਆ, ਅਸੀਂ ਤਾਂ ਸਗੋਂ ਤੁਸੀਂ ਮਤਲਬ ਕਰਮਾਂ ਵਾਲੇ ਹੋ ਕਿ ਤੁਸੀਂ ਉਸ ਪੀੜ੍ਹੀ 'ਚ ਸੀ ਜਿੱਥੇ ਖੁਰਾਕਾਂ ਵੀ ਚੰਗੀਆਂ ਸੀ, ਰਿਸ਼ਤੇ ਵੀ ਚੰਗੇ ਸੀ, ਹੈ ਨਾ। ਅਤੇ ਅਸੀਂ ਸਾਰੀਆਂ ਚੀਜ਼ਾਂ ਨਾਲ ਜੂਝ ਰਹੇ ਹਾਂ, ਖੁਰਾਕਾਂ ਵੀ ਵਧੀਆ ਨਹੀਂ ਅਤੇ ਰਿਸ਼ਤੇ ਵੀ ਵਧੀਆ ਨਹੀਂ। ਖੁਰਾਕ ਦਾ ਤਾਂ ਹੈ ਦਿੱਕਤ ਹੈ ਜੀ, ਖੁਰਾਕ ਦੀ ਦਿੱਕਤ। ਆਂਟੀ ਨੇ ਬਹੁਤ ਵਾਰੀ ਕਹਿਤਾ ਇੰਟਰਵਿਊ ਚੱਲਦੀ 'ਚ ਵੀ ਤੁਸੀਂ ਬਹੁਤ ਚੰਗੇ ਹੋ, ਬਹੁਤ ਚੰਗੇ ਹੋ, ਬਹੁਤ ਚੰਗੇ ਨੇ ਨਾ। ਤੁਸੀਂ ਇਹਨਾਂ ਨੂੰ ਕੁਛ ਕਹਿਣਾ ਚਾਹੁੰਦੇ ਹੋ? ਦੇਖੋ ਇਹ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਮੈਂ ਜਿਹੜੀ ਮੇਰੀ ਜ਼ਿੰਦਗੀ ਦੇ ਵਿੱਚ ਓਵਰਆਲ ਮੈਂ ਔਰਤ ਨੂੰ ਰੱਬ ਮੰਨਦਾ ਰੀਅਲੀ। ਇਹ ਕੋਈ ਐਂ ਨਹੀਂ ਹੈ ਕਿ ਇੱਥੇ ਇੰਟਰਵਿਊ ਚੱਲਦੀ ਹੈ। ਮੈਂ ਆਪਦੀ ਮਾਂ ਅਤੇ ਆਪਦੀ ਭੈਣ ਦੀ ਦੇਖ ਰੇਖ 'ਚ ਪਲਿਆ ਹੋਇਆ। ਮੇਰੀ ਭੈਣ ਮੇਰੀ ਛੋਟੀ ਹੋ ਕੇ ਮੇਰੀ ਮਾਂ ਬਰਾਬਰ ਦੀ ਸੀ। ਮਤਲਬ ਵੀ ਜਿੰਨਾ ਮੇਰੀ ਮਾਂ ਨੂੰ ਫਿਕਰ ਸੀ ਉਨਾ ਹੀ ਮੇਰੀ ਭੈਣ ਨੂੰ ਫਿਕਰ ਸੀ। ਹਾਂ, ਅਤੇ ਉਹ ਜਿਹਦੇ ਕਰਕੇ ਨਾ ਮੈਂ ਇੱਕ ਇੰਨਾ ਜਜ਼ਬਾਤੀ ਸੀਗਾ। ਫਿਰ ਮੇਰੀ ਦਾਦੀ ਨਾਨੀ ਉਹ ਵੀ ਮਤਲਬ ਸੁਸਾਇਟੀ ਦੇ ਵਿੱਚ ਹੋ ਸਕਦਾ ਮੇਲ ਕਰਕੇ ਬੱਚੇ ਮੇਲ ਘਰ 'ਚ ਬਹੁਤ ਸੀ, ਥੋੜ੍ਹੇ ਨਹੀਂ ਸੀ, ਪਰ ਉਹਨਾਂ ਨੇ ਜਿੰਨੀ ਕੇਅਰ ਕੀਤੀ ਅਤੇ ਉਦੋਂ ਬਾਅਦ ਜਿੰਨੀ ਇਹ ਕੇਅਰ ਕਰਨ ਲੱਗ ਗਏ, ਉਹਨਾਂ ਦੇ ਜਾਣ ਹੁੰਦੇ ਵੀ ਇੱਕ ਤੀਜੇ ਬਣ ਗਏ ਮੈਂਬਰ। ਪਹਿਲਾਂ 2 ਸੀ, ਫਿਰ ਤੀਜੇ, ਅਤੇ ਫਿਰ ਉਹ 2 ਚਲੇ ਗਏ, ਮਦਰ ਅਤੇ ਸਿਸਟਰ ਅਤੇ ਮੇਰੇ ਵਿੱਚ ਪਤਾ ਨਹੀਂ ਮੈਨੂੰ ਇਹ ਲੈਂਗੁਏਜ ਕਹਿ ਜਿਹੀ ਲੱਗੇ ਤੁਹਾਨੂੰ, ਮੈਨੂੰ ਤਾਂ ਇਹਨਾਂ ਵਿੱਚ ਸਭ ਕੁਛ ਦਿਸਦਾ। ਮੈਨੂੰ ਮਾਂ ਵੀ ਦਿੰਦੀ ਹੈ, ਮੈਨੂੰ ਭੈਣ ਵੀ ਦਿੰਦੀ ਹੈ, ਅਤੇ ਜੋ ਹੈਗੇ ਆ ਉਹ ਤਾਂ ਹੈਗੇ ਹੀ ਹੈ। ਮਤਲਬ ਮੈਨੂੰ ਇਹਨਾਂ ਦੇ ਵਿੱਚ ਇਹ ਕੰਪਲੀਟ ਸਾਰਾ ਕੁਛ ਪਰਫੈਕਟ ਨਜ਼ਰ ਆਉਂਦੇ ਆ ਹਰ ਪੱਖੋਂ, ਕਿ ਇਹਨਾਂ ਦੇ ਵਿੱਚ ਵਰਗੀ ਸਹਿਣਸ਼ੀਲਤਾ ਰੱਬਾ ਮੈਨੂੰ ਵੀ ਦੇ ਦੀ। ਸਾਰਾ ਕੁਛ ਜੋ ਇਹਨਾਂ ਦੇ ਗੁਣ ਹੈ ਮੈਨੂੰ ਵੀ ਦੇ ਦੇ, ਕਿਉਂਕਿ ਮੈਂ ਤਾਂ ਘੌਲੀ ਬੰਦਾ। ਇੱਕ ਸਵਾਲ ਨੂੰ ਲੈ ਕੇ ਮੈਂ ਦੁਚਿੱਤੀ ਜਾਂ, ਪਰ ਮੈਨੂੰ ਲੱਗਦਾ ਕਿ ਮੈਨੂੰ ਕਰ ਲੈਣਾ ਚਾਹੀਦਾ, ਕਿਉਂਕਿ ਦੁਬਾਰਾ ਤੁਹਾਡੇ ਵਰਗਾ ਜੋੜਾ ਹੈ ਨਾ ਮੈਨੂੰ ਸ਼ਾਇਦ ਨਾ ਮਿਲੇ। ਪਹਿਲੀ ਗੱਲ ਇਹ ਹੈ ਕਿ ਤੁਹਾਡੀ ਕਮਿਊਨਿਟੀ ਦੇ ਵਿੱਚ ਮਤਲਬ ਡੌਰੀ ਦਾ ਬਹੁਤ ਜ਼ਿਆਦਾ ਉਹ ਹੈਗਾ, ਹੈ ਨਾ। ਮੇਰੇ ਹਸਬੈਂਡ ਦੇ ਇੱਕ ਦੋਸਤ ਨੇ, ਤਾਂ ਉਹ ਦੱਸਦੇ ਹੁੰਦੇ ਆ ਕਿ ਸਾਡੇ ਮਤਲਬ ਤੈਅ ਕੀਤਾ ਜਾਂਦਾ ਕਿ ਕੁੜੀ ਦੇ ਵਿਆਹ 'ਤੇ ਕਿੰਨਾ ਤੁਸੀਂ ਦਿਓਗੇ, ਖਰਚਾ ਕਿੰਨਾ ਕਰੋਗੇ, ਹੈ ਨਾ।
ਤੁਸੀਂ ਆਪਣਾ ਵਿਆਹ ਉਸ ਚੀਜ਼ ਤੋਂ ਬਿਨਾਂ ਕਰਾਇਆ ਹੈ ਨਾ, ਤੇ ਇਹ ਕੀ ਰੀਜ਼ਨ ਸੀਗਾ? ਕਿਉਂਕਿ ਮੈਂ ਬਹੁਤ ਘੱਟ ਵਿਆਹ ਤੁਹਾਡੀ ਕਮਿਊਨਿਟੀ 'ਚ ਇਹੋ ਜਿਹੇ ਸੁਣਿਆ ਕਿ ਜਿਹਦੇ 'ਚ ਲੈਣ ਦੇਣ ਨਹੀਂ ਹੋਇਆ ਹੈ ਨਾ। ਅਤੇ ਦੂਜੀ ਚੀਜ਼ ਕਿ ਆਪਾਂ ਕਹਿੰਦੇ ਕਿ ਆਪਾਂ ਸਾਰੇ ਲੋਕ ਆਪਣੇ ਧਰਮ ਦੇ ਖਾਸ ਕਰਕੇ ਬਹੁਤ ਪੱਕੇ ਹੁੰਦੇ ਹਾਂ ਨਾ, ਅਤੇ ਤੁਸੀਂ ਆਪਣੇ ਬੇਟੇ ਲਈ ਵੀ ਦੂਜੇ ਰਿਲੀਜ਼ਨ ਤੋਂ, ਦੂਜੀ ਕਾਸਟ ਤੋਂ ਕੁੜੀ ਲੈ ਕੇ ਆਏ। ਉਹ ਵੀ ਤੁਹਾਡੀ ਦੋਵਾਂ ਦੀ ਸੋਚ ਸੀ ਜਾਂ ਉਹ ਬੱਚੇ ਦੀ ਸੋਚ ਸੀਗੀ, ਹੈ ਨਾ? ਇਹ ਦੋਨਾਂ ਵਿਆਹਾਂ ਬਾਰੇ ਮੈਂ ਥੋੜ੍ਹਾ ਜਿਹਾ ਜ਼ਰੂਰ ਜਾਣਨਾ ਚਾਹੂੰਗੀ ਕਿ ਕੀ ਗੱਲਬਾਤ ਸੀਗੀ ਸਾਰੀ। ਜਿਹੜੇ ਮੇਰੇ ਮਦਰ ਸੀ ਨਾ ਜੀ, ਹਾਂਜੀ। ਉਹਨਾਂ ਨੂੰ ਕਮਿਊਨਿਟੀ ਦਾ ਵੀ ਸੀਗਾ ਅਤੇ ਡੌਰੀ ਦਾ ਵੀ ਸੀਗਾ, ਦੋਨਾਂ ਚੀਜ਼ਾਂ ਦਾ ਸੀਗਾ। ਡੌਰੀ ਦਾ ਉਹ ਸਟੇਟਸ ਸਮਝਦੇ ਸੀਗੇ ਵੀ ਜੇ ਡੌਰੀ ਤੋਂ ਬਿਨਾਂ ਮੈਰਿਜ ਕਿਸੇ ਦੀ ਹੁੰਦੀ ਹੈ ਤਾਂ ਵੀ ਉਹ ਪਰਿਵਾਰ ਦਾ ਸਟੇਟਸ ਨਹੀਂ ਹੈ, ਵੀ ਉਹ ਨੀਵੇਂ ਨੇਗੇ, ਮਤਲਬ ਇਹਨਾਂ ਦੀ ਮੈਰਿਜ ਹੁੰਦੀ ਨਹੀਂ ਸੀਗੀ ਬੱਚੇ ਦੀ, ਜਿਹਦੇ ਕਰਕੇ ਇਹਨਾਂ ਨੇ ਬਿਨਾਂ ਡੌਰੀ ਤੋਂ ਕਰਤੀ। ਇੱਕ ਹੁਣ ਡਿਫਰੈਂਟ ਪ੍ਰੋਬਲਮ ਸੀਗੀ ਵੀ ਉਹਨਾਂ ਨੂੰ ਐਂ ਸੀ ਵੀ ਡੌਰੀ ਵਾਲੀਆਂ ਮੈਰਿਜ ਤੁਹਾਡੀਆਂ ਹੋ ਰਹੀਆਂ, ਸਟੇਟਸ ਵਾਲੇ ਪਰਿਵਾਰ ਕਰ ਰਹੇ ਆ ਅਤੇ ਤੁਸੀਂ ਡੌਰੀ ਲੈ ਨਹੀਂ ਰਹੇ, ਇਹ ਇੱਕ ਸਟੇਟਸ 'ਤੇ ਫਰਕ ਪਊ। ਪਰ ਮੈਂ ਮਦਰ ਨੂੰ ਕਿਹਾ ਸੀਗਾ ਵੀ ਇਸ ਨੂੰ ਮੈਂ ਵੈਸੇ ਠੀਕ ਨਹੀਂ ਸਮਝਦਾ ਵੀ ਡੌਰੀ ਲਈ ਜਾਵੇ, ਰਾਦਰ ਕਿਉਂਕਿ ਅਸੀਂ ਫਾਈਨੈਂਸ਼ੀਅਲੀ ਇੰਨੇ ਵੀਕ ਹਾਂ। ਡੌਰੀ ਦੀ ਗੱਲ ਤਾਂ ਛੱਡੋ, ਮੈਰਿਜ 'ਤੇ ਖਰਚ ਵੀ ਨਾ ਕੀਤਾ ਜਾਵੇ ਕਿਸੇ ਪ੍ਰਕਾਰ ਦਾ ਵੀ। ਤੁਸੀਂ ਹੈਰਾਨ ਹੋਵੋਗੇ, ਤੁਸੀਂ ਬਹੁਤ ਮੈਰਿਜ ਬਿਨਾਂ ਡੌਰੀ ਤੋਂ ਸੁਣੀਆਂ ਹੋਣਗੀਆਂ। ਮੈਂ ਜਦੋਂ ਮੈਰਿਜ ਇਹਨਾਂ ਨਾਲ ਕਰਾਈ ਹੈ, ਮੇਰਾ ਰੀਅਲ ਬ੍ਰਦਰ ਮੇਰੇ ਨਾਲ ਨਹੀਂ ਸੀ, ਮੇਰੀ ਸਿਸਟਰ ਮੇਰੇ ਨਾਲ ਨਹੀਂ ਸੀ, ਮੈਂ ਸਿਰਫ ਉਹਨਾਂ ਨੂੰ ਲਗਾਇਆ ਸੀ, ਚਾਹ ਹੀ ਪੀ ਕੇ ਆਈ ਸੀ, ਇਕੱਲੀ ਚਾਹ ਪੀ ਕੇ ਲਗਾਇਆ ਸੀ ਅਤੇ 5 ਜਣਿਆਂ ਨੂੰ ਮੈਂ ਨਾਲ ਲਗਾਇਆ ਸੀ। ਮੇਰੇ ਚਾਚਿਆਂ ਨੇ ਮੇਰੀ ਲਾਈਫ ਦੇ ਵਿੱਚ ਬਹੁਤ ਰੋਲ ਸੀ, ਜਾਂ ਮੇਰੇ ਮਾਮੇ ਦਾ, ਨਾਨਕੇ ਦਾਦਕਿਆਂ ਦਾ। ਮੇਰੇ ਮਾਮੇ ਦਾ ਮੁੰਡਾ ਕੋਈ ਨਹੀਂ ਸੀ, ਮੇਰੇ ਬਰਾਬਰ ਦੇ ਸੀ, ਅਸੀਂ ਰੂਮਮੇਟ ਰਹੇ, ਪੜ੍ਹੇ ਲਿਖੇ ਇਕੱਠੇ। ਤਾਂ ਮਤਲਬ ਕਿ ਡੌਰੀ ਪ੍ਰਤੀ ਜਾਂ ਜੇ ਕੋਈ ਖਰਚ ਕਰ ਸਕਦਾ ਤਾਂ ਉਹਨੂੰ ਵਿਆਹ 'ਤੇ ਖਰਚ ਕਰ ਦੇਣਾ ਚਾਹੀਦਾ। ਡੌਰੀ ਦੇ ਵਿੱਚ ਮੇਰਾ ਵਿਸ਼ਵਾਸ ਨਹੀਂ ਹੈ ਅਤੇ ਬਹੁਤ ਸਟ੍ਰਿਕਟਲੀ ਹੈ ਵੀ ਨਹੀਂ ਹੋਣਾ ਚਾਹੀਦਾ ਡੌਰੀ ਵਾਲਾ ਸਿਸਟਮ ਸ਼ਰਤਾਂ 'ਤੇ। ਅਤੇ ਜਿੱਥੋਂ ਤੱਕ ਹੁਣ ਦੂਜੀ ਗੱਲ 'ਤੇ ਹੁਣ ਉਦੋਂ ਸਾਡੀ ਫਾਈਨੈਂਸ਼ੀਅਲ ਪੋਜੀਸ਼ਨ ਬਹੁਤ ਵੀਕ ਸੀ, ਤਾਂ ਮੇਰੇ ਕੋਲ ਮੈਰਿਜ ਵਾਲੇ ਕੋਈ ਬਹੁਤੇ ਮੈਂ ਕੱਪੜੇ ਵੀ ਨਹੀਂ ਸਵਾਏ, ਨਾ ਹੀ ਡੌਰੀ ਦੀ ਝਾਕ ਰੱਖੀ ਹੈ ਵੀ ਡੌਰੀ ਵਾਲੇ ਤੋਂ ਲੈ ਲਓ ਅਤੇ ਫਿਰ ਕੱਪੜੇ ਵੀ ਸੰਭਾਲੋ, ਔਰਨਾਮੈਂਟ ਵੀ ਬਣਾ ਲਓ, ਇਹ ਜਿਹਾ ਕੁਛ ਤਾਂ ਸੀ ਹੋਈ ਨਹੀਂ। ਘਰ ਦੀਆਂ ਵੀ ਦਿੱਕਤਾਂ ਸੀ, ਘਰ ਵੀ ਬਹੁਤ ਕੱਚਾ ਜਿਹਾ। ਤਾਂ ਜਦੋਂ ਆ ਗਿਆ ਬੇਟਾ, ਉਦੋਂ ਤੱਕ ਸਾਡਾ ਹਾਲਤ ਬਹੁਤ ਚੇਂਜ ਹੋ ਗਈ ਸੀ, ਰਾਮਪੁਰੇ ਦੇ ਵਿੱਚ ਫਾਈਨੈਂਸ਼ੀਅਲੀ ਠੀਕ ਹੋ ਗਏ ਸੀਗੇ। ਉਹਨਾਂ ਦੇ ਡੌਰੀ ਤਾਂ ਅਸੀਂ ਲੈਣੀ ਨਹੀਂ ਸੀਗੀ। ਮਦਰ ਮੇਰੇ ਥੋੜ੍ਹੇ ਜਿਹੇ ਕਮਿਊਨਿਟੀ ਕਾਸਟ ਕੌਂਸ਼ੀਅਸ ਵੀ ਸੀਗੇ, ਉਹ ਵੀ ਕਹਿੰਦੇ ਵੀ ਸੀਗੇ ਮੈਨੂੰ ਵੀ ਕਿਤੇ ਵੇਖੀ ਬੇਟੇ ਕਿ ਦੇਖੀ ਕਿਤੇ ਕੋਈ ਹੋਰ ਕਾਸਟ 'ਚ ਮੈਰਿਜ ਕਰਾ ਦੇ, ਆਪਣਾ ਤਾਂ ਮੇਰਾ ਜਿਉਣ ਨਹੀਂ ਰਹਿਣਾ। ਮੈਂ ਕਿਹਾ ਮਾਤਾ ਜੀ ਮੈਂ ਤੁਹਾਨੂੰ ਤੰਗ ਤਾਂ ਕਰ ਹੀ ਨਹੀਂ ਸਕਦਾ, ਤੁਸੀਂ ਕਹੋ ਵੀ ਮੈਰਿਜ ਨਾ ਕਰਾਓ, ਮੈਂ ਤਾਂ ਮੈਰਿਜ ਹੀ ਨਹੀਂ ਕਰਾਉਂਦਾ, ਅਤੇ ਤੁਸੀਂ ਇਹ ਤਾਂ ਕੋਈ ਖਾਸ ਗੱਲ ਨਹੀਂ ਹੈ ਵੀ ਕਮਿਊਨਿਟੀ 'ਚ ਨਹੀਂ ਕਰਾਉਣੀ, ਤਾਂ ਮੈਂ ਨਹੀਂ ਕਰਾਊਂਗਾ, ਕਮਿਊਨਿਟੀ 'ਚ ਕਰਾ ਲਾਂਗੇ, ਹੌਲੀ ਲੇਟ ਹੋ ਜਾਊ ਨਾ, ਉਹ ਵਿੱਚ ਚਲੀ ਜਾਂਦਾ। ਤਾਂ ਉਹਨਾਂ ਦੀ ਇਹ ਗੱਲ ਸੀਗੀ। ਮੇਰਾ ਵੀ ਕੋਈ ਇਹੋ ਜਿਹਾ ਹੈ ਨਹੀਂ ਸੀਗਾ। ਮੈਂ ਜੇ ਮੇਰੀ ਇੰਟਰਕਾਸਟ ਮੈਰਿਜ ਠੀਕ ਹੋ ਜਾਂਦੀ ਤਾਂ ਮੈਂ ਉਹ ਵੀ ਕਰਵਾ ਲੈਂਦਾ, ਮੈਨੂੰ ਵੀ ਕੋਈ ਦਿੱਕਤ ਨਹੀਂ ਸੀਗੀ। ਪਰ ਮਦਰ ਨੂੰ ਸਾਡੇ ਸੀਗੀ। ਇਹਨਾਂ ਜਦੋਂ ਉਹ ਪੂਰੇ ਹੋ ਗਏ 2002 'ਚ, ਅਤੇ ਇਹ ਬੇਟੇ ਦੀ ਮੈਰਿਜ ਹੁੰਦੀ ਹੈ 2010 'ਚ। ਇਹ ਸੀਗਾ ਸ਼ਿਮਲੇ MD ਕਰਦਾ ਸੀਗਾ। ਇਸ ਪਰਿਵਾਰ ਬਾਰੇ ਇਸ ਨੂੰ ਕੁਛ ਨਹੀਂ ਪਤਾ ਸੀ, ਮੈਨੂੰ ਪਤਾ ਸੀ ਕਿਉਂਕਿ ਮੈਂ ਇੱਥੇ ਪੰਜਾਬੀ ਯੂਨੀਵਰਸਿਟੀ 'ਚ ਪੜ੍ਹਿਆ ਸੀ, ਕੁਛ ਪ੍ਰੋਗਰੈਸਿਵ ਸਰਕਲ ਨਾਲ ਜੁੜੇ ਹੋਏ ਆ। ਹਾਂਜੀ। ਤਾਂ ਹੋਇਆ ਕਿ ਸਾਡੇ ਕੋਈ ਵਿੱਚ ਪੈ ਕੇ ਵੀ ਉਹਨਾਂ ਦੀ ਗੁੱਡੀ ਬਹੁਤ ਵਧੀਆ ਅਤੇ ਉੱਥੇ ਜੇ ਤੁਸੀਂ ਮੈਰਿਜ ਕਰਦੇ ਹੋ, ਅਸੀਂ ਇਹਨਾਂ ਨਾਲ ਕੋਈ ਜ਼ਿਆਦਾ ਨਹੀਂ ਵਰਤਦੇ ਸੀ, ਮਤਲਬ ਆਉਣ ਜਾਣ ਨਹੀਂ ਸੀ ਸਾਡਾ। ਮੈਂ 78 'ਚ ਮਿਲਿਆ ਸੀ ਇਹਨਾਂ ਨੂੰ, 78 'ਚ। ਉਦੋਂ ਤਾਂ ਮੇਰੀ ਮੈਰਿਜ ਵੀ ਨਹੀਂ ਹੋਈ ਸੀ, ਜਦੋਂ ਮੈਂ ਇਹਨਾਂ ਨੂੰ ਇੱਥੇ ਲਿੰਗੁਇਸਟਿਕ ਡਿਪਾਰਟਮੈਂਟ ਸੀਗੇ। ਫਿਰ ਮੈਂ ਉਹਨਾਂ ਨੂੰ ਦੇਖਿਆ ਤਾਂ ਹੈ, ਮਿਲਦੇ ਵੀ ਰਹੇ ਹਾਂ, ਬੈਠੇ ਵੀ ਰਹੇ ਹਾਂ, ਪਰ ਹੁਣ ਇਸ ਹੱਦ ਤੱਕ ਨੇੜੇ ਨਹੀਂ ਮਿਲੇ। ਤਾਂ ਘਰ ਰਹਿੰਦੇ ਸੀ, ਅਸੀਂ ਹੋਸਟਲ 'ਚ ਰਹਿੰਦੇ ਸੀ। ਉਹ ਜਿਹੜੇ ਨਾਲ ਸਾਡੇ ਸੀਗੇ, ਮੇਰਾ ਸਾਡੂ ਸੀ ਮੇਰਾ, ਉਹ
ਜਿਨ੍ਹਾਂ ਨੇ ਇਹਨਾਂ ਨਾਲ ਜ਼ਿਆਦਾ ਸੀ, ਉਹ ਕਹਿੰਦੇ ਵੀ ਤੁਸੀਂ ਉੱਥੇ ਠੀਕ ਰਹੋਗੇ, ਕੋਈ ਇਹੋ ਜਿਹੀ ਗੱਲ ਨਹੀਂ। ਤਾਂ ਕਮਿਊਨਿਟੀ ਦੀਆਂ ਗੱਲਾਂ ਵੀ ਡਿਸਕਸ ਹੋਈਆਂ। ਰਿਸ਼ਤੇਦਾਰ ਤਾਂ ਸਾਡੇ ਪਸੰਦ ਨਹੀਂ ਕਰਦੇ ਹੁੰਦੇ ਆਪਾਂ ਨੂੰ ਜੇ ਕੋਈ ਕਿਸੇ ਨਾਲ ਗੱਲ ਕਰੀਏ, ਪਰ ਜਿਹੜੇ ਇਹਨਾਂ ਦੇ ਬ੍ਰਦਰ ਸੀ ਉਹ ਤਾਂ ਬਹੁਤ ਬੋਲਡ ਸੀਗੇ, ਉਹਨਾਂ ਨੂੰ ਕਾਸਟ ਕੂਸਟ ਦਾ ਬਿਲਕੁਲ ਨਹੀਂ ਸੀਗਾ। ਇੱਥੇ ਫਿਰ ਜਦੋਂ ਇਹਨਾਂ ਨਾਲ ਮੈਰਿਜ ਹੋਣੀ ਸੀ, ਇੱਥੇ ਕਾਸਟ ਦੀ ਸਮੱਸਿਆ ਤਾਂ ਆਉਣੀ ਨਹੀਂ ਸੀ, ਬੇਟੇ ਨੂੰ ਪੁੱਛਣਾ ਸੀਗਾ। ਬੇਟਾ ਕਹਿੰਦਾ ਹਾਂ, ਬੇਟਾ ਨੂੰ ਪੁੱਛਿਆ ਵੀ ਇੱਥੇ ਕਾਇ ਪਰਿਵਾਰ ਹੈ, ਹਾਂਜੀ, ਜੇ ਤੈਨੂੰ ਲੱਗਦਾ ਤੂੰ ਗੁੱਡੀ ਨਾਲ ਵੀ ਮੈਂ ਫੋਨ 'ਤੇ ਗੱਲ ਕਰ ਲਾ ਜਾਂ ਆ ਕੇ ਮਿਲ ਲਈ। ਅਤੇ ਉਹ ਆ ਕੇ MD ਕਰਨ ਤੋਂ ਬਾਅਦ ਮਿਲ ਲਿਆ ਅਤੇ ਉਹ ਕਹਿੰਦਾ ਮੈਨੂੰ ਠੀਕ ਲੱਗਦਾ। ਅਤੇ ਹੁਣ ਸਾਡੀ ਮੈਰਿਜ ਅਤੇ ਇਸ ਮੈਰਿਜ 'ਚ ਫਰਕ ਕੀ ਹੋਇਆ ਕਿ ਇਹਨਾਂ ਨੇ ਮੈਰਿਜ ਵਧੀਆ ਕਰਤੀ। ਅਸੀਂ ਕਹਿੰਦੇ ਵੀ ਜੇ ਕੋਈ ਫਾਈਨੈਂਸ਼ੀਅਲੀ ਖਰਚ ਸਕਦਾ ਬਿਨਾਂ ਲੋਨ ਲਏ, ਬਿਨਾਂ ਕਿਸੇ ਦਬਾਅ ਤੋਂ, ਤਾਂ ਫੰਕਸ਼ਨ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ। ਜੇ ਨਹੀਂ ਕਰ ਸਕਦੇ, ਪਰ ਜਿਵੇਂ ਕਹਿੰਦੇ ਅੱਡੀਆਂ ਚੱਕ ਕੇ ਫਾਹਾ ਨਹੀਂ ਲੈਣਾ ਚਾਹੀਦਾ। ਜਿੰਨੀ ਸਾਦੀ ਜ਼ਿੰਦਗੀ 'ਚ ਤੁਸੀਂ ਰਹਿ ਸਕਦੇ ਹੋ ਰਹਿਣਾ ਚਾਹੀਦਾ। ਸਾਨੂੰ ਕਿਸੇ ਦਿਖਾਵੇ ਦਾ ਸ਼ਿਕਾਰ ਕਿਸੇ ਵੀ ਖੇਤਰ 'ਚ, ਮੈਰਿਜ ਨਹੀਂ, ਕਿਸੇ ਵੀ ਖੇਤਰ 'ਚ ਨਹੀਂ ਹੋਣਾ ਚਾਹੀਦਾ। ਫਾਰ ਐਗਜ਼ਾਮਪਲ, ਮੈਂ ਕਾਰ ਨਹੀਂ ਰੱਖ ਸਕਦਾ, ਨਹੀਂ ਰੱਖਣੀ ਚਾਹੀਦੀ। ਸਕੂਟਰ ਨਹੀਂ ਰੱਖ ਸਕਦਾ ਤਾਂ ਨਹੀਂ ਰੱਖਣਾ ਚਾਹੀਦਾ। ਸਾਈਕਲ ਰੱਖ ਲਓ, ਨਹੀਂ ਸਾਈਕਲ ਰੱਖਦੇ ਤੁਰ ਲਓ। ਮਤਲਬ ਬਿਨਾਂ ਮਦਦ ਤੋਂ ਲੋਨ ਨਹੀਂ ਲੈਣਾ ਚਾਹੀਦਾ। ਪਰ ਜੇ ਪੈਸੇ ਹੈਗੇ ਫਿਰ ਇਹ ਵੀ ਨਹੀਂ ਹੋਣਾ ਚਾਹੀਦਾ ਵੀ ਉਹਨੂੰ ਉਹੀ ਕੁੱਜੀਆਂ 'ਚ ਹੀ ਪਾ ਇਹ ਗੱਲ ਨਹੀਂ ਮੈਨੂੰ ਚੰਗੀ ਲੱਗਦੀ। ਨਹੀਂ, ਬੜਾ ਸੋਹਣਾ ਤਜਰਬਾ ਰਿਹਾ ਮੇਰਾ ਤੁਹਾਡੇ ਨਾਲ ਗੱਲਬਾਤ ਕਰਨ ਦਾ, ਹੈ ਨਾ। ਅਤੇ ਇਸੇ ਲਈ ਸੋਹਣਾ ਹੈ ਕਿ ਤੁਸੀਂ ਜ਼ਿੰਦਗੀ ਨੂੰ ਸੋਹਣਾ ਜਿਉਇਆ। ਅਤੇ ਅਗਾਂਹ ਮੈਨੂੰ ਲੱਗਦਾ ਮੈਂ ਤੁਹਾਨੂੰ ਕੋਈ ਸਿੱਖਿਆ ਨਹੀਂ ਦੇ ਸਕਦੀ ਵੀ ਵਧੀਆ ਹੀ ਜਿਉਇਓ। ਤੁਸੀਂ ਖੁਦ ਹੀ ਇੰਨੇ ਸਮਝਦਾਰ ਹੋ ਕਿ ਤੁਹਾਡੀ ਜ਼ਿੰਦਗੀ ਸ਼ਾਨਦਾਰ ਹੋਊਗੀ, ਹੈ ਨਾ। ਅਤੇ ਧੰਨਵਾਦ ਤੁਹਾਡਾ ਦੋਵਾਂ ਦਾ, ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ। ਸਾਨੂੰ ਵੀ ਬਹੁਤ ਚੰਗਾ ਲੱਗਿਆ ਜੀ। ਮੈਂ ਤਾਂ ਤੁਹਾਡਾ ਧੰਨਵਾਦੀ ਹਾਂ। ਸਾਨੂੰ ਤੋਂ ਐਂ ਸੀਗਾ ਵੀ ਕੋਈ ਨਵੀਂ ਚੀਜ਼ ਦੇ ਵਿੱਚ ਇੱਕ ਨਾ ਨਵੇਂ ਤਜਰਬੇ ਐਂ ਪੈਦਾ ਹੋ ਗਏ। ਮੈਂ ਕਦੇ ਕੈਮਰਾ ਫੇਸ ਨਹੀਂ ਕੀਤਾ ਸੀ, ਮੈਂ ਕਦੇ ਸੋਚਿਆ ਨਹੀਂ ਸੀ ਵੀ ਐਂ ਕੋਈ ਹੋਊਗਾ, ਕੁਛ ਵੀ ਨਹੀਂ ਕਦੇ ਸੋਚਿਆ ਸੀ। ਇੱਕ ਜਦੋਂ ਨਾ ਇਹਨਾਂ ਨੇ ਕਿਹਾ ਵੀ ਐਂ ਇੰਟਰਵਿਊ ਹੋਣੀ ਚਾਹੀਦੀ, ਉਹ ਗੱਲ ਮੈਨੂੰ ਮੈਂ ਨੇੜੇ ਹੁੰਦਾ ਤਾਂ ਰਮਨ ਨੂੰ ਸਮਝਾ ਦਿੰਦਾ ਵੀ ਬੇਟੇ ਮੇਰੀ ਕੋਈ ਵੀ ਦਿਲਚਸਪੀ ਨਹੀਂ ਹੈ। ਪਰ ਬਾਅਦ ਦੇ ਵਿੱਚ ਨਾ ਜਿਵੇਂ ਮੈਂ ਤੁਹਾਨੂੰ ਕਹਿ ਕੇ ਹਟਿਆ ਸਵਾਮੀ ਵਾਂਗੂ, ਫਿਰ ਮੈਂ ਸੋਚ ਰਿਹਾ ਵੀ ਕਹਿ ਰਹੇ ਬੰਦੇ ਆ, ਕਿੰਨੇ ਬੰਦੇ ਆ, ਉਹਨਾਂ ਦੇ ਮਨਾਂ 'ਚ ਕੀ ਪਤਾ ਨਹੀਂ ਕੀ ਗੱਲਾਂ ਹੋਣਗੀਆਂ। ਜੇ ਇੰਟਰਵਿਊ ਹੋਵੇ ਤਾਂ ਇਹ ਗੱਲਾਂ ਕਿੰਨੇ ਲੋਕਾਂ ਦੀਆਂ ਲੋੜਾਂ ਹੋਣਗੀਆਂ, ਉਹਨਾਂ ਦੇ ਮਨਾਂ 'ਚ ਕੀ ਪਿਆ ਹੋਊਗਾ। ਅਤੇ ਹੋ ਜੇ ਹੈ ਤਾਂ ਚੰਗੀ ਗੱਲ, ਐਂ ਨਹੀਂ ਕਿ ਮੇਰੀ ਹੋ ਜੇ ਵੀ ਇਹ ਕੰਮ ਬਹੁਤ ਵਧੀਆ ਵੀ ਜੇ ਹੋਵੇ ਵੀ ਕਈ ਬੰਦੇ ਕਿਵੇਂ ਬੈਠੇ ਹੋਣਗੇ, ਕਿਤੇ ਬੈਠੇ ਹੋਣਗੇ, ਆਪਦੀ ਗੱਲ ਕਰਨਾ ਚਾਹੁੰਦੇ ਹੋਣਗੇ, ਚੁੱਪ ਰਹਿੰਦੇ ਹੋਣਗੇ, ਪਰ ਉਹ ਗੱਲ ਕਰਨਾ ਜ਼ਰੂਰ ਚਾਹੁੰਦੇ ਹੋਣਗੇ। ਚਲੋ ਤੁਹਾਨੂੰ ਮਿਲ ਕੇ ਵਧੀਆ ਲੱਗਿਆ। ਆਪਾਂ ਤਾਂ ਜਾਣਦੇ ਨਹੀਂ, ਮੈਂ ਪਤਾ ਨਹੀਂ ਕੀ ਹੈ ਨਾ, ਆਪਾਂ ਨੂੰ ਕੋਈ ਬਾਹਲਾ ਨਹੀਂ ਇਸ ਬਾਰੇ ਗਿਆਨ ਸੀ, ਪਰ ਵਧੀਆ ਲੱਗਿਆ, ਬਹੁਤ ਵਧੀਆ ਲੱਗਿਆ। ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ। ਬੜੀਆਂ ਸੋਹਣੀਆਂ ਗੱਲਾਂ ਉਹਨਾਂ ਨੇ ਦੱਸੀਆਂ। ਅੱਧੀ ਸਦੀ ਦਾ ਸਫ਼ਰ ਆਪਾਂ ਮਹਿਜ਼ ਘੰਟੇ ਜਾਂ 2 ਘੰਟੇ 'ਚ ਨਹੀਂ ਸਮੇਟ ਸਕਦੇ ਹੁੰਦੇ, ਪਰ ਫਿਰ ਵੀ ਜਿਵੇਂ ਖਾਸ ਗੱਲਾਂ ਤੁਹਾਨੂੰ ਦੱਸਣੀਆਂ ਚਾਹਾਂ ਤਾਂ ਇਹੀ ਹੁੰਦੀਆਂ ਕਿ ਜਿਵੇਂ ਕਿਸੇ ਇੰਟਰਵਿਊ ਦੇ ਹਾਈਲਾਈਟਸ ਆਪਾਂ ਤੁਹਾਨੂੰ ਦਿੰਦੇ ਹਾਂ, ਤਾਂ ਇਹਨਾਂ ਦੀਆਂ ਗੱਲਾਂ ਦੇ ਇਹੀ ਸੀਗੇ ਕਿ ਵਿਆਹ ਬਿਨਾਂ ਦਾਜ ਤੋਂ ਹੋਇਆ। ਉਹਨਾਂ ਨੇ ਜਦੋਂ ਇੱਕ ਕੁੜੀ ਨੂੰ ਵਿਆਹ ਕੇ ਆਪਣੇ ਘਰ ਲਿਆਂਦਾ ਤਾਂ ਇਹ ਕਦੇ ਵੀ ਅਹਿਸਾਸ ਨਹੀਂ ਹੋਣ ਦਿੱਤਾ ਉਹਨੂੰ ਕਿ ਤੁਸੀਂ ਬੇਗਾਨੇ ਘਰ ਆਏ ਹੋ। ਜਿਵੇਂ ਆਂਟੀ ਨੇ ਖੁਦ ਦੱਸਿਆ ਕਿ ਮੈਂ ਬਹੁਤ ਪੜ੍ਹਾਈ ਆ ਜਿਹੜੀ ਆਪਣੇ ਵਿਆਹ ਤੋਂ ਬਾਅਦ ਕੀਤੀ, ਅਤੇ ਆਰਥਿਕ ਆਪਣੀਆਂ ਸਥਿਤੀਆਂ ਨੂੰ ਦੇਖਦੇ ਹੋਏ ਉਹਨਾਂ ਨੇ ਜ਼ਿੰਦਗੀ ਦੇ ਫੈਸਲੇ ਲਏ ਨੇ। ਅਤੇ ਉਹਨਾਂ ਵਿੱਚ ਸਭ ਤੋਂ ਵੱਡਾ ਫੈਸਲਾ ਸੀਗਾ ਕਿ ਇੱਕ ਬੱਚੇ ਨੂੰ ਰੱਖਣਾ ਅਤੇ ਨਾਲ ਆਪਣੀ ਜ਼ਿੰਦਗੀ ਨੂੰ ਵੀ ਮਾਨਣਾ। ਅਤੇ ਜ਼ਿਆਦਾਤਰ ਮਾਪੇ ਇਹੀ ਕਰਦੇ ਹੁੰਦੇ ਆ ਕਿ ਵਿਆਹ ਹੋ ਗਿਆ ਅਤੇ ਉਸ ਤੋਂ ਬਾਅਦ ਬੱਚੇ ਹੋ ਜਾਣ, ਫਿਰ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਅਸੀਂ ਕਦੋਂ ਬੁੱਢੇ ਹੋ ਜਾਂਦੇ ਹਾਂ ਅਤੇ ਕਦੋਂ ਸਾਨੂੰ ਅਹਿਸਾਸ ਹੁੰਦਾ ਕਿ ਜ਼ਿੰਦਗੀ ਹੁਣ ਸਾਡੀ ਨਹੀਂ ਰਹੀ। ਇਹੋ ਜਿਹੀਆਂ ਗਲਤੀਆਂ ਇਹਨਾਂ ਨੇ ਨਹੀਂ ਕੀਤੀਆਂ। ਅਤੇ ਇੰਟਰਵਿਊ ਦੀ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਨੇ ਦੱਸਿਆ ਸੀ ਕਿ ਅੱਜ ਤੱਕ ਕਦੀ ਮੈਂ ਪਾਣੀ ਦਾ ਗਲਾਸ ਵੀ ਜਿਹੜਾ ਆਪਣੀ ਪਤਨੀ ਤੋਂ ਮੰਗ ਕੇ ਨਹੀਂ ਲਿਆ। ਮਤਲਬ ਘਰੇਲੂ ਜ਼ਿੰਮੇਵਾਰੀਆਂ ਨੂੰ ਵੀ ਉਹਨਾਂ ਨੇ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਨਿਭਾਇਆ। ਸਭ ਤੋਂ ਵੱਡੀ ਖੂਬਸੂਰਤੀ ਇਹ ਆ ਕਿ ਅੱਜ ਰਿਟਾਇਰਮੈਂਟ ਤੋਂ ਬਾਅਦ ਉਹ ਘੁੰਮ ਰਹੇ ਨੇ। ਉਹਨਾਂ ਨੂੰ ਲੱਗਦਾ ਕਿ ਇਹ ਜ਼ਿੰਦਗੀ ਹੁਣ ਉਹਨਾਂ ਲਈ ਆ ਅਤੇ ਉਹ ਪੂਰੀ ਤਰ੍ਹਾਂ ਇਹਨੂੰ ਮੰਨਣਾ ਚਾਹੁੰਦੇ ਨੇ।
ਆਪਣੇ ਆਰਥਿਕ ਫੈਸਲੇ ਕਿੰਨੀ ਸਮਝਦਾਰੀ ਨਾਲ ਲੈ ਰਹੇ ਨੇ। ਬਹੁਤ ਸਾਰੇ ਮਾਪੇ ਬਾਅਦ ਚੋਂ ਇਹ ਨਾਰਾਜ਼ਗੀ ਦਿਖਾਉਂਦੇ ਨੇ ਕਿ ਅਸੀਂ ਆਪਣੇ ਹੱਥ ਫੜ ਕੇ ਆਪਣੇ ਬੱਚਿਆਂ 'ਤੇ ਰੱਖ ਦਿੱਤੇ ਅਤੇ ਉਸ ਤੋਂ ਬਾਅਦ ਅਸੀਂ ਉਹਨਾਂ 'ਤੇ ਨਿਰਭਰ ਹੋ ਗਏ। ਕੁੱਲ ਮਿਲਾ ਕੇ ਜ਼ਿੰਦਗੀ ਦੇ ਹਰ ਕਦਮ ਨੂੰ ਬਹੁਤ ਸਮਝਦਾਰੀ ਨਾਲ ਉਹਨਾਂ ਨੇ ਲਿਆ ਏ। ਜੇ ਸਾਰੇ ਮਾਪੇ ਅਤੇ ਸਾਰੇ ਬੱਚਿਆਂ ਦਾ ਤਾਲਮੇਲ ਇਹੋ ਜਿਹਾ ਹੋਵੇ ਤਾਂ ਜ਼ਿੰਦਗੀ ਬਹੁਤ ਸੋਹਣੀ ਆ। ਕਦੇ ਵੀ ਇਹ ਨਾ ਸੋਚੋ ਕਿ ਰਿਟਾਇਰਮੈਂਟ ਤੋਂ ਬਾਅਦ ਜ਼ਿੰਦਗੀ ਖਤਮ ਹੋ ਜਾਂਦੀ ਹੈ ਜਾਂ ਫਿਰ 60 ਵਰ੍ਹਿਆਂ ਤੋਂ ਬਾਅਦ ਤੁਸੀਂ ਸਿਰਫ ਪਰਮਾਤਮਾ ਦਾ ਨਾਂ ਸਿਮਰਨ ਕਰਨ ਲਈ ਜ਼ਿੰਦਗੀ ਜਿਉਂਦੇ ਹੋ। ਤੰਦਰੁਸਤ ਰਹੋ ਅਤੇ ਉਸ ਜ਼ਿੰਦਗੀ ਨੂੰ ਪੂਰੀ ਤੰਦਰੁਸਤੀ ਨਾਲ ਮਾਣੋ। ਜਿੰਨਾ ਚਿਰ ਸਾਹ ਚੱਲਦੇ ਨੇ ਜ਼ਿੰਦਗੀ ਹੁੰਦੀ ਆ ਉਹਨੂੰ ਬਿਲਕੁਲ ਇਸ ਜੋੜੇ ਵਾਂਗੂ ਜਿਉਵੋ। ਅਗਲੀ ਵਾਰ ਫਿਰ ਤੋਂ ਇੱਕ ਜੋੜੇ ਨਾਲ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।